ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਨੇ ਮੈਡਮ ਹਰਮਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਟਹਿਣਾ ਸਾਹਿਬ? ਬਹੁਤ ਹੀ ਵਧੀਆ ਜੀ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਲੰਘ ਰਹੀ ਹੈ, ਕਿਵੇਂ ਟੱਪ ਰਹੀ ਹੈ? ਟੱਪਣ ਵਾਲੀ ਗੱਲ ਕੋਈ ਨਹੀਂ, ਲੰਘ ਵਧੀਆ ਰਹੀ ਹੈ। ਟੱਪਣ ਵਾਲੀ ਕਿਉਂ ਨਹੀਂ ਗੱਲ? ਇਹ ਕਿਹੜਾ ਰੱਸੀ ਟੱਪਦੀ ਹੈ? ਜ਼ਿੰਦਗੀ ਹਮੇਸ਼ਾ ਬੱਚਿਆਂ ਦੀ ਤਰ੍ਹਾਂ ਹੁੰਦੀ ਹੈ। ਹੱਸਦੇ ਖੇਡਦਿਆਂ ਲੰਘਾਉਣੀ ਚਾਹੀਦੀ ਹੈ, ਨੱਚਦਿਆਂ ਟੱਪਦਿਆਂ ਲੰਘਾਉਣੀ ਚਾਹੀਦੀ ਹੈ। ਅੱਛਾ, ਇਸ ਲਈ ਇਹਨੂੰ ਵੀ ਟੱਪਣਾ ਚਾਹੀਦਾ। ਮੈਂ ਖਬਰਾਂ ਵਾਲਾ ਬੰਦਾ ਜੀ, ਹੁਣ ਖਬਰਾਂ ਤੇ ਨੱਚੀ ਜਾਵਾਂ? ਜ਼ਿੰਦਗੀ ਦੀ ਗੱਲ ਹੋ ਰਹੀ ਸੀ, ਖਬਰਾਂ ਦੀ ਨਹੀਂ। ਜ਼ਿੰਦਗੀ ਬੰਦੇ ਦੀ ਹੁੰਦੀ ਹੈ ਤੇ ਬੰਦੇ ਦੀ ਜ਼ਿੰਦਗੀ ਦੀ ਗੱਲ ਕੀਤੀ ਸੀ ਮੈਂ, ਖਬਰਾਂ ਵਿੱਚ ਕਿੱਥੋਂ ਆ ਗਈ? ਤੁਸੀਂ ਅੱਗੇ ਚੱਲੋ। ਹੋਰ ਸੁਣਾਓ ਫਿਰ। ਬਹੁਤ ਅੱਛਾ। ਮੌਸਮ ਕਿਵੇਂ ਹੈ ਨਿਊਜ਼ੀਲੈਂਡ ਦਾ? ਮੌਸਮ ਨਿਊਜ਼ੀਲੈਂਡ ਦਾ ਰਾਤ ਨੂੰ ਠੰਡਾ, ਦਿਨ ਦੇ ਵੇਲੇ ਧੁੱਪ ਜੀ, ਤੇ ਦਿਨ ਦੇ ਵੇਲੇ ਥੋੜੀ ਜਿਹੀ ਗਰਮੀ ਹੁੰਦੀ ਹੈ, ਕਦੇ ਕਦਾਈ ਬੱਦਲਵਾਈ ਜੀ ਹੋ ਜਾਂਦੀ ਹੈ, ਵਿੱਚ ਝਕਾਨੀਆਂ ਬਹੁਤ ਦਿੰਦਾ। ਟਹਿਣਾ ਸਾਹਿਬ ਝੂਠ ਬੋਲ ਰਹੇ ਨੇ, ਮੈਂ ਐਵੇਂ ਨਹੀਂ ਹਾਫ ਜੈਕਟ ਪਾ ਕੇ ਬੈਠੀ। ਦਿਨ ਵੇਲੇ ਵੀ ਇੱਥੇ ਠੰਡਕ ਹੁੰਦੀ ਹੈ, ਪਰ ਜੇ ਧੁੱਪ 'ਚ ਬਾਹਰ ਨਿਕਲੋ ਤਾਂ ਧੁੱਪ ਲੱਗਦੀ ਹੈ ਜੀ। ਤੇ ਇਹ ਵੀ ਮੰਨ ਲਿਆ ਜੀ। ਤੇ ਆਪਾਂ ਚਾਹ ਦੇ ਵਿਚਾਰ ਦੀ ਪੇਸ਼ਕਾਰੀ ਕਰੀਏ ਫਿਰ? ਬਿਲਕੁਲ ਕਰੋ। ਤੁਹਾਡੀ ਵਾਰੀ ਹੈ। ਅੱਛਾ, ਮੇਰੀ ਵਾਰੀ ਹੈ। ਤਾਂ ਫਿਰ ਗੱਲ ਇਹ ਆ ਵੀ ਜਦੋਂ ਕੋਈ ਵੀ ਬੰਦਾ ਹੋਵੇ, ਕੋਈ ਵੀ ਔਰਤ ਹੋਵੇ, ਜ਼ਿੰਦਗੀ ਦੇ 40ਵੇਂ ਸਾਲ ਦੇ ਵਿੱਚ ਜਾ ਕੇ ਉਹ ਇੱਕ ਵਾਰ ਜ਼ਰੂਰ ਸੋਚਦਾ ਜਾਂ ਸੋਚਦੀ ਹੈ ਕਿ ਮੇਰੀ ਜ਼ਿੰਦਗੀ ਕਿਹੜੇ ਪਾਸੇ ਨੂੰ ਜਾ ਰਹੀ ਹੈ, ਮੈਂ ਕਿੱਧਰੋਂ ਤੁਰਿਆ ਸੀ ਤੇ ਹੁਣ ਮੈਂ ਕਿਹੜੇ ਪਾਸੇ ਨੂੰ ਮੋੜ ਕੱਟ ਰਿਹਾ। ਇਹ ਗੱਲ ਨਰਿੰਦਰ ਸਿੰਘ ਕਪੂਰ ਹੋਰਾਂ ਨੇ ਲਿਖੀ। ਵਾਹ। ਉਹਨਾਂ ਦੇ ਲਿਖੀ ਹੋਈ ਇੱਕ ਗੱਲ ਮੈਨੂੰ ਹੋਰ ਚੇਤੇ ਆਉਂਦੀ ਆ ਕਿ ਜਦੋਂ ਪੜ੍ਹੇ ਲਿਖੇ ਵੱਖਰੀਆਂ ਲੜਾਈਆਂ ਲੜਦੇ ਆ ਤਾਂ ਉਦੋਂ ਅਨਪੜ੍ਹਾਂ ਦੇ ਉੱਤੇ ਮਾਣ ਹੋਣ ਲੱਗ ਜਾਂਦਾ ਵੀ ਇਹਨਾਂ ਜਿੰਨਾ ਸਿਆਣਾ ਕੋਈ ਨਹੀਂ ਹੋਣਾ। ਵਾਹ। ਕਿਉਂਕਿ ਪੜ੍ਹੇ ਲਿਖਿਆਂ ਦੀਆਂ ਲੜਾਈਆਂ ਹੋਰ ਤਰ੍ਹਾਂ ਦੀਆਂ, ਫੇਸਬੁੱਕ ਤੇ ਲੜਾਈਆਂ, WhatsApp ਤੇ ਲੜਾਈਆਂ, ਕਈ ਤਰ੍ਹਾਂ ਦੇ ਕਮੈਂਟ, ਕਈ ਤਰ੍ਹਾਂ ਦੇ ਸ਼ੇਅਰ ਸ਼ੂਰ ਕਰਨੀਆਂ ਜਿਹੜੀਆਂ ਲੜਾਈਆਂ, ਉਹਨਾਂ ਨੂੰ ਦੇਖ ਕੇ ਬੰਦਾ ਹੈਰਾਨ ਹੋ ਜਾਂਦਾ ਵੀ ਇਉਂ ਵੀ ਚੱਲਦਾ। ਇੱਕ ਹੋਰ ਚੱਜ ਦਾ ਵਿਚਾਰ ਹੈ ਕਿ ਜਿਹੜੇ ਮੁਲਕ ਤਰੱਕੀ ਕਰ ਗਏ, ਤਰੱਕੀ ਵਾਲੇ ਮੁਲਕਾਂ ਦੇ ਵਸਨੀਕ ਆ ਜਿਹੜੇ, ਉਹਨਾਂ ਨੇ ਹਮੇਸ਼ਾ ਅੱਜ ਤੇ ਭਲਕ ਦੀ ਗੱਲ ਕੀਤੀ ਹੈ। ਉਹਨਾਂ ਨੇ ਵਰਤਮਾਨ ਤੇ ਭਵਿੱਖ ਦੇ ਬਾਰੇ ਸੋਚਿਆ ਤੇ ਉਹਦੀ ਗੱਲ ਕੀਤੀ ਹੈ ਤੇ ਅਸੀਂ ਕਿਵੇਂ ਅੱਗੇ ਵਧਣਾ ਤੇ ਅੱਜ ਕਿੱਥੇ ਆ ਇਹਦੇ ਬਾਬਤ ਸੋਚਿਆ। ਪਰ ਜਿਹੜੇ ਲੋਕ ਪਿੱਛੇ ਰਹਿ ਗਏ ਉਹ ਹਮੇਸ਼ਾ ਅਤੀਤ ਦੇ ਬਾਰੇ ਸੋਚਦੇ ਰਹਿ ਗਏ। ਹਾਲਾਂਕਿ ਅਤੀਤ ਨੂੰ ਭੁੱਲਣਾ ਨਹੀਂ ਚਾਹੀਦਾ, ਪਰ ਉਹ ਨਿੱਕੀਆਂ ਨਿੱਕੀਆਂ ਅਤੀਤ ਦੀਆਂ ਕਹਾਣੀਆਂ, ਮਾਮੂਲੀ ਦੀਆਂ ਯਾਦਾਂ ਜਿਹੜੀਆਂ, ਉਹ ਬੇਕਾਰ ਦੀਆਂ ਗੱਲਾਂ ਨੂੰ ਚੇਤੇ ਕਰ ਕਰਕੇ ਇਹ ਸੋਚਦੇ ਹੀ ਨਹੀਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਹੋਰ ਅੱਗੇ ਕਿਵੇਂ ਵਧਣਾ। ਭਾਰਤ ਦੇ ਵਿੱਚ ਬਹੁ ਗਿਣਤੀ ਜਿਹੜੇ ਧਾਰਮਿਕ ਲੋਕ ਆ ਉਹ ਇਦਾਂ ਦੀਆਂ ਗੱਲਾਂ ਕਰਦੇ ਕਿ ਅਤੀਤ ਦੇ ਵਿੱਚ ਐ ਸੀ, ਫਲਾਣਾ ਐ ਸੀ, ਇੱਕ ਆ ਸੀ, ਇੱਕ ਉਹ ਸੀ। ਉਹ ਵਰਤਮਾਨ ਫਲਸਫੇ ਨੂੰ ਸਮਝਦੇ ਨਹੀਂ, ਤਰਕ ਦੀ ਸਾਣ ਦੇ ਉੱਤੇ ਅੱਜ ਦੇ ਪ੍ਰਸੰਗ ਦੇ ਵਿੱਚ ਗੱਲ ਨੂੰ ਲਾ ਕੇ ਨਹੀਂ ਦੇਖਦੇ। ਸੋ ਅਸੀਂ ਉਹਨਾਂ ਗੱਲਾਂ ਦੇ ਵਿੱਚ ਉਲਝੇ ਹੋਏ ਆ ਤੇ ਤਰੱਕੀ ਵਾਲੇ ਦੇਸ਼ ਆ ਜਿਹੜੇ ਉਹ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਦੇ ਬਾਬਤ ਵਿਚਾਰ ਚਰਚਾ ਦੇ ਵਿੱਚ ਜੁਟੇ ਰਹਿੰਦੇ ਆ। ਬਿਲਕੁਲ ਸਹੀ। ਤਾਂ ਹੀ ਸਿਆਣੇ ਕਹਿੰਦੇ ਨੇ ਨਾ ਵੀ ਅਸੀਂ ਹਮੇਸ਼ਾ, ਜਦਕਿ ਏਦਾਂ ਹੋਣਾ ਨਹੀਂ ਚਾਹੀਦਾ, ਪਰ ਅਸੀਂ ਹਮੇਸ਼ਾ ਇੱਕ ਲੱਤ ਸਾਡੀ ਜਿਹੜੀ ਹੈ ਉਹ ਸਾਡੇ ਬੀਤ ਚੁੱਕੇ ਸਮੇਂ ਦੇ ਉੱਪਰ ਹੁੰਦੀ ਹੈ, ਇੱਕ ਲੱਤ ਜਿਹੜੀ ਉਹ ਭਵਿੱਖ ਦੇ ਵਿੱਚ ਹੁੰਦੀ ਹੈ, ਤੇ ਦੋ ਬੇੜੀਆਂ ਦਾ ਸਵਾਰ ਹਮੇਸ਼ਾ ਫਿਰ ਡੁੱਬਦਾ ਹੀ ਹੁੰਦਾ। ਤੇ ਸਾਡੀਆਂ ਜਿਹੜੀਆਂ ਦੋਵੇਂ ਲੱਤਾਂ ਨੇ ਇਹਨਾਂ ਦੋਵਾਂ ਬੇੜੀਆਂ ਦੇ ਵਿੱਚ ਨੇ। ਸੋ ਇਸੇ ਲਈ ਅਸੀਂ ਵੀ ਹਮੇਸ਼ਾ ਡੁੱਬਦੇ ਹਾਂ, ਅਸੀਂ ਕਦੇ ਵੀ ਤਰਦੇ ਨਹੀਂ ਹੈਗੇ, ਅਸੀਂ ਪਾਰ ਨਹੀਂ ਲੱਗ ਪਾਉਂਦੇ ਜੇਕਰ ਅਸੀਂ ਵੀ ਇਸੇ ਮਨੋਸਥਿਤੀ ਦੇ ਕਹਿ ਲਓ ਵੀ ਹਾਣੀ ਹੋਈਏ ਜਾਂ ਇਹੀ ਸੋਚਦੇ ਹੋਈਏ ਅਸੀਂ, ਹੈਨਾ। ਸੋ ਹਮੇਸ਼ਾ ਅੱਜ ਬਾਰੇ ਸੋਚੋ, ਹਮੇਸ਼ਾ ਜੋ ਇਸ ਵੇਲੇ ਸਾਡੇ ਕੋਲ ਹੈ, ਭਵਿੱਖ ਦੇ ਵਿੱਚ ਕੀ ਕਰਨਾ ਇਹਦੇ ਬਾਬਤ ਸੋਚੋ। ਆਪਣੇ ਅਤੀਤ ਨੂੰ ਭੁੱਲੋ ਨਾ, ਪਰ ਗੱਲ ਇਹ ਹੈ ਵੀ ਕੱਲੇ ਅਤੀਤ ਦੇ ਵਿੱਚ ਵੀ ਨਾ ਉਲਝੇ ਰਹੋ। ਆਪਣੇ ਅਤੀਤ ਦੇ ਮਾੜੇ ਦਿਨਾਂ ਨੂੰ ਭੁੱਲੋ ਨਾ, ਜੇਕਰ ਚੰਗੇ ਦਿਨ ਆ ਗਏ। ਆਪਣੇ ਮਾਪਿਆਂ ਨੂੰ, ਆਪਣੇ ਸਤਿਕਾਰਯੋਗ ਲੋਕਾਂ ਨੂੰ ਕਦੇ ਨਾ ਵਿਸਾਰੋ। ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਉਹਨਾਂ ਗੱਲਾਂ ਦੇ ਵਿੱਚ ਹੀ ਗਲਤਾਨ ਰਹੀਏ ਕਿ ਇੱਕ ਵਾਰੀ ਐਸੀ ਮਾਮੂਲੀ ਜਿਹੀਆਂ ਨਿੱਕੀਆਂ ਨਿੱਕੀਆਂ ਯਾਦਾਂ ਜਿਹੜੀਆਂ ਗੱਲਾਂ ਥੋਥੀਆਂ ਜਿਹੀਆਂ, ਉਹਨਾਂ ਦੇ ਵਿੱਚੋਂ ਬਾਹਰ ਨਿਕਲ ਕੇ ਨਾ ਅਸੀਂ ਕੁਝ ਕਰੀਏ, ਹਾਲਾਤ ਨਾਲ ਮੱਥਾ ਲਾਈਏ, ਸਫਲ ਹੋਈਏ। ਅੱਜ ਬੀਜਾਂਗੇ ਜੋ ਉਹੀ ਵੱਢਾਂਗੇ ਕੱਲ ਨੂੰ, ਇਸ ਲਈ ਅੱਜ ਚੰਗਾ ਕਰਾਂਗੇ ਤਾਂ ਕੱਲ ਆਪਣੇ ਆਪ ਚੰਗਾ ਹੋਏਗਾ। ਸੋ ਹੁਣ ਆਪਾਂ ਖਬਰਾਂ ਵੱਲ ਨੂੰ ਵਧੀਏ। ਸਭ ਤੋਂ ਪਹਿਲਾਂ ਕਿੱਥੋਂ ਦੀ ਖਬਰ ਸਾਂਝੀ ਕਰ ਲਈਏ? ਦੇਖੋ, ਮੈਂ ਖਬਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਸਾਂਝੀ ਗੱਲ ਹੋਰ ਕਰਨੀ ਚਾਹੁੰਦਾ। ਜ਼ਰੂਰ। ਬੜੀ ਸਾਫ਼ ਤੇ ਸਪਸ਼ਟ ਗੱਲ ਆ, ਇਹ ਭਾਵੁਕ ਕਰਨ ਵਾਲੀ ਵੀ ਆ ਤੇ ਇਹ ਸਮਝਣ ਤੇ ਸਮਝਾਉਣ ਵਾਲੀ ਵੀ ਆ। ਹਰਮਨ ਜੀ, ਆਪਾਂ ਨਿਊਜ਼ੀਲੈਂਡ ਦੇ ਵਿੱਚ ਜਦੋਂ ਤੋਂ ਆਏ ਆ ਹੁਣ ਤੱਕ ਸੈਂਕੜੇ ਲੋਕਾਂ ਨੂੰ ਮਿਲੇ ਆ। ਉਹਨਾਂ ਸੈਂਕੜੇ ਲੋਕਾਂ ਦੇ ਵਿੱਚੋਂ ਵੱਡੀ ਗਿਣਤੀ ਨੇ ਆਪਣੇ ਕਈ ਤਰ੍ਹਾਂ ਦੇ ਕੌੜੇ ਤਜਰਬੇ ਦੱਸੇ ਆ ਭਾਰਤ ਦੇ ਬਾਰੇ ਤੇ ਕੁਝ ਕੁ ਪੰਜਾਬ ਦੇ ਬਾਰੇ। ਕਿਸੇ ਨੇ ਇਹ ਗੱਲ ਕਹੀ ਕਿ ਅਸੀਂ ਪੰਜਾਬ ਤਾਂ ਨਹੀਂ ਜਾਂਦੇ, ਜਾਂ ਅਸੀਂ ਇੱਕ ਵਾਰ ਗਏ ਸੀ ਕਿਉਂਕਿ ਉੱਥੇ ਸਾਡਾ ਪੁਲਿਸ ਨਾਲ ਚੱਕਰ ਪੈ ਗਿਆ, ਪੁਲਿਸ ਨੇ ਦੂਜਿਆਂ ਤੋਂ ਪੈਸੇ ਲੈ ਕੇ ਤੇ ਸਾਡੇ ਉੱਤੇ ਪਰਚਾ ਦਰਜ ਕਰਤਾ, ਇਹੋ ਜਿਹੀਆਂ ਸ਼ਿਕਾਇਤਾਂ। ਕਿਸੇ ਨੇ ਇਹ ਗੱਲ ਕਹੀ ਜੀ ਕਿ ਸਾਡੀ ਜ਼ਮੀਨ ਦੇ ਉੱਤੇ ਫਲਾਣੇ ਨੇ ਕਬਜ਼ਾ ਕਰ ਲਿਆ। ਕਿਸੇ ਨੇ ਇਹ ਗੱਲ ਕਹੀ ਸਾਡੀ ਦੁਕਾਨ ਜਾਂ ਮਕਾਨ ਦਾ ਨੁਕਸਾਨ ਕਰਤਾ ਫਲਾਣੇ ਨੇ। ਕਿਸੇ ਨੇ ਇਹ ਗੱਲ ਕਹੀ ਜੀ ਕਿ ਫਲਾਣੀ ਥਾਂ ਦੇ ਉੱਤੇ ਐਦਾਂ ਹੋ ਗਿਆ, ਰਿਸ਼ਵਤ ਲਏ ਤੋਂ ਬਿਨਾਂ ਸਾਡਾ ਖਹਿੜਾ ਨਹੀਂ ਛੁੱਟਿਆ, ਦਿੱਤੇ ਤੋਂ ਬਿਨਾਂ। ਕਿਸੇ ਨੇ ਕਿਹਾ ਜੀ ਕਿ ਅਸੀਂ ਸੜਕ ਦੇ ਉੱਤੇ ਜਾਂਦੇ ਸੀ, ਸਾਡੇ ਨਾਲ ਮੰਦਾ ਚੰਗਾ ਬੋਲਿਆ। ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਪਰ ਇਸ ਦੇ ਬਾਵਜੂਦ ਇੱਕ ਵੀ ਬੰਦਾ ਸਾਨੂੰ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਕਿ ਮੈਂ ਪੰਜਾਬ ਨਹੀਂ ਜਾਣਾ ਚਾਹੁੰਦਾ, ਜਿਹਨੇ ਕਿਹਾ ਹੋਵੇ ਕਿ ਮੈਂ ਭਾਰਤ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਯਾਨੀ ਕਿ ਸਿਸਟਮ ਜਿਹੜਾ ਪ੍ਰਬੰਧ ਆ ਉਹ ਬਹੁਤ ਖਰਾਬ ਆ ਸਾਡੇ ਪੱਧਰ ਦੇ ਉੱਤੇ ਵੀ
ਤੇ ਸਰਕਾਰੀ ਪੱਧਰ ਦੇ ਉੱਤੇ ਵੀ, ਪਰ ਜਿਹੜੇ ਦੇਸ਼ ਦੁਨੀਆ ਦੇ ਵਿੱਚ ਵਸਦੇ ਲੋਕ ਆ ਉਹਨਾਂ ਨੂੰ ਆਪਣੀਆਂ ਜੜ੍ਹਾਂ ਦੀ ਖਿੱਚ ਕਿਵੇਂ ਆ, ਉਹ ਕਿਵੇਂ ਆਪਣੀਆਂ ਜੜ੍ਹਾਂ ਦੇ ਵੱਲ ਜਾਂਦੇ ਆ ਪੈਸਾ ਖਰਚਣ ਦੇ ਲਈ, ਕਿਉਂਕਿ ਖਰਚ ਕੇ ਹੀ ਆਉਂਦੇ ਆ। ਸੋ ਇਹਨਾਂ ਸਾਰੇ ਲੋਕਾਂ ਨੂੰ ਸਲਾਮ ਆ ਜਿਹੜੇ ਆਪਣੇ ਪੇਕੇ ਪਿੰਡ ਨੂੰ ਇਹਨਾਂ ਚੇਤੇ ਕਰਦੇ ਆ। ਬਿਲਕੁਲ ਸਹੀ। ਦੇਖੋ ਆਪਣੀਆਂ ਜੜ੍ਹਾਂ ਖਿੱਚਦੀਆਂ ਨੇ, ਆਪਣੀ ਮਿੱਟੀ ਜ਼ਰੂਰ ਖਿੱਚ ਪਾਉਂਦੀ ਹੁੰਦੀ ਹੈ, ਕਿਉਂਕਿ ਇਹ ਉਹ ਮਿੱਟੀ ਹੈ ਜਿੱਥੇ ਸਾਡੇ ਦਾਦਿਆਂ ਪੜਦਾਦਿਆਂ ਸਾਡੇ ਮਾਂ-ਬਾਪ ਨੇ ਤੇ ਅਸੀਂ ਵੀ ਆਪਣਾ ਬਚਪਨ ਜਿਹੜਾ ਉਹ ਹੰਡਾਇਆ, ਜਾਂ ਕਹਿ ਲੋ ਵੀ ਸਾਡੇ ਪੁਰਖਿਆਂ ਨੇ ਇਸ ਜ਼ਮੀਨ ਦੇ ਉੱਪਰ ਸਾਹ ਲਿਆ, ਇਸ ਜ਼ਮੀਨ ਤੇ ਵਾਹੀ ਕੀਤੀ ਹੈ, ਇਸ ਜ਼ਮੀਨ ਦੇ ਉੱਪਰ ਬਹੁਤ ਸਾਰੀਆਂ ਯਾਦਾਂ ਨੇ ਉਹਨਾਂ ਦੀਆਂ, ਤੇ ਅਸੀਂ ਉਹਨਾਂ ਯਾਦਾਂ ਨੂੰ ਜਿਉਣ ਦੇ ਲਈ, ਆਪਣੇ ਉਹਨਾਂ ਪਿਆਰਿਆਂ ਦੀਆਂ ਯਾਦਾਂ ਇਕੱਠੀਆਂ ਕਰਨ ਦੇ ਲਈ ਉਸ ਧਰਤੀ ਦੇ ਉੱਪਰ ਜ਼ਰੂਰ ਜਾਣਾ ਚਾਹੁੰਦੇ ਆ। ਪਰ ਹਾਂ, ਇਹ ਜ਼ਰੂਰ ਹੈ ਕਿ ਉੱਥੋਂ ਦੇ ਸਿਸਟਮ ਤੋਂ, ਉੱਥੋਂ ਦੇ ਜੋ ਹਾਲਾਤ ਨੇ, ਉੱਥੋਂ ਦਾ ਜੋ ਆਲਾ ਦੁਆਲਾ ਹੁਣ ਬਣ ਚੁੱਕਿਆ, ਉਹਦੇ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਉਹ ਪਰੇਸ਼ਾਨ ਵੀ ਨੇ। ਬਿਲਕੁਲ। ਤੇ ਇੱਕ ਗੱਲ ਇਹਦੇ ਵਿੱਚ ਹੋਰ ਦੱਸਣੀ ਬਣਦੀ ਹੈ ਬਈ ਇਹ ਜਿਹੜੇ ਸਾਰੇ ਸਿਸਟਮ ਦੇ ਵਿੱਚ ਖਰਾਬੀ ਆਈ ਆ, ਪ੍ਰਬੰਧਾਂ ਦੇ ਵਿੱਚ ਜੋ ਨੁਕਸ ਪਿਆ, ਇਹ ਇਕੱਲਾ ਸਰਕਾਰੀ ਤੌਰ ਦੇ ਉੱਤੇ ਨਹੀਂ, ਅਸੀਂ ਨਿੱਜੀ ਤੌਰ ਦੇ ਉੱਤੇ ਵੀ ਚੰਗੀਆਂ ਯਾਦਾਂ ਆਪਣੇ ਪੇਕੇ ਪਿੰਡ ਆਉਣ ਵਾਲਿਆਂ ਦੇ ਪੱਲੇ ਨਾਲ ਬੰਨ ਕੇ ਨਹੀਂ ਤੋਰਦੇ ਜੀ। ਅਸੀਂ ਆਪ ਵੀ ਉਹਨਾਂ ਦੇ ਨਾਲ ਸਹੀ ਵਤੀਰਾ ਨਹੀਂ ਅਪਣਾਉਂਦੇ। ਅਸੀਂ ਥੋੜੇ ਪੈਸਿਆਂ ਦੇ ਉੱਤੇ ਲੜਦੇ ਆ, ਅਸੀਂ ਕਿਸੇ ਨੂੰ ਝੂਠੇ ਕੇਸ ਦੇ ਵਿੱਚ ਫਸਾ ਦਿੰਨੇ ਆ, ਅਸੀਂ ਕਿਸੇ ਦੀ ਸ਼ਿਕਾਇਤ ਕਰ ਦਿੰਨੇ ਆ, ਜਿੱਥੇ 2000 ਦਾ ਕੰਮ ਹੁੰਦਾ ਕਈ ਵਾਰ ਅਸੀਂ ਕਰੇ 4 ਲੈ ਲਓ, ਇਹਨੂੰ ਕੀ ਫਰਕ ਪੈਣਾ ਤਾਂ ਡਾਲਰਾਂ ਵਾਲੇ ਦੇਸ਼ ਦੇ ਵਿੱਚੋਂ ਆਇਆ। ਇਦਾਂ ਵੀ ਨਾ ਆਪਾਂ ਕਰਗੇ, ਆਪਾਂ ਇਹੋ ਜਿਹੀਆਂ ਯਾਦਾਂ ਉਹਨਾਂ ਦੇ ਚੇਤੇ ਦੇ ਉੱਤੇ ਛੱਡ ਗਏ ਵੀ ਉਹ ਵਾਰ-ਵਾਰ ਕਹਿਣ ਵੀ ਹਾਂ ਯਾਰ ਇੱਕ ਮੁਖਤਿਆਰ ਸਿੰਘ ਆ ਉਹ ਮੇਰਾ ਆਪਣਾ, ਹਾਂ ਵੀ ਇੱਕ ਬਚਿੱਤਰ ਕੌਰ ਮੇਰੀ ਭੈਣ ਆ, ਸਾਡੀ ਗਵਾਂਢਣਾ ਉਹ ਮੇਰੀ ਆਪਣੀ ਆ, ਇੱਕ ਬੱਚਾ ਜਿਹੜਾ ਏਦਾਂ ਮਿਲਿਆ ਸੀ ਉਹਨੂੰ ਮੈਂ ਵਾਰ-ਵਾਰ ਮਿਲਣ ਨੂੰ ਜੀ ਕਰਦਾ। ਕਿਉਂਕਿ ਜੇਕਰ ਇਹ ਹਾਲਾਤ ਰਹੇ ਜਿਵੇਂ ਕਿ ਬਣੀ ਜਾਂਦੇ ਸਾਡੇ ਦੇਸ਼ ਦੇ ਵਿੱਚ, ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਹੋ ਸਕਦਾ ਵੀ ਕੋਈ ਉਧਰ ਮੂੰਹ ਨਾ ਕਰੇ, ਇਹਨਾਂ ਨੂੰ ਆਪਾਂ ਵਾਰ-ਵਾਰ ਖਿੱਚ ਕੇ ਲਿਆਉਣਾ। ਜੇ ਨਿਊਜ਼ੀਲੈਂਡ ਦੇ ਵਿੱਚ ਸਾਡੇ ਨਾਲ ਕੋਈ ਮਾੜਾ ਤਜਰਬਾ ਹੋ ਜੇ ਜ਼ਿੰਦਗੀ ਦੇ ਵਿੱਚ, ਅਸੀਂ ਵੀ ਇਧਰ ਮੂੰਹ ਥੋੜਾ ਕਰਾਂਗੇ। ਇਸ ਕਰਕੇ ਚੰਗੇ ਤਜਰਬੇ ਅਸੀਂ ਦੇ ਕੇ ਭੇਜਿਆ ਕਰਾਂਗੇ। ਦੇਖੋ ਅਸੀਂ ਫੱਟ ਕਹਿ ਦਿੰਦੇ ਆ ਕਿ ਬਾਹਰਲੇ ਮੁਲਕਾਂ 'ਚ ਜਾ ਕੇ ਖੂਨ ਸਫੇਦ ਹੋ ਜਾਂਦੇ ਨੇ, ਪਰ ਇਹ ਗੱਲ ਝੂਠੀ ਹੈ, ਕਿਉਂਕਿ ਸਾਡੇ ਆਪਣੇ ਮੁਲਕ ਦੇ ਵਿੱਚ ਰਹਿ ਕੇ ਸਾਡੇ ਖੂਨ ਸਫੇਦ ਹੋ ਚੁੱਕੇ ਨੇ। ਬੜਾ ਦੁੱਖ ਲੱਗਦਾ ਉਦੋਂ ਜਦੋਂ ਕਈ ਵਾਰ ਪ੍ਰਵਾਸੀ ਪੰਜਾਬੀਆਂ ਦੇ ਨਾਲ ਗੱਲਬਾਤ ਕਰੀਦੀ ਤਾਂ ਉਹ ਇਹ ਕਹਿੰਦੇ ਨੇ ਵੀ ਸਾਨੂੰ ਫਲਾਣੇ ਦੁਕਾਨਦਾਰ ਨੇ ਲੁੱਟ ਲਿਆ, ਸਾਨੂੰ ਫਲਾਣੇ ਕੰਮ ਵਾਲੇ ਨੇ ਲੁੱਟ ਲਿਆ, ਸਾਨੂੰ ਫਲਾਣੇ ਨੇ ਇਦਾਂ ਕਹਿ ਦਿੱਤਾ, ਹਨਾ। ਕਿਉਂਕਿ ਅਸੀਂ ਇਹ ਸਾਡੇ ਵਿੱਚ ਕਿਤੇ ਨਾ ਕਿਤੇ ਥੋੜੀ ਜਿਹੀ ਰਜਿਸਟਰੀ ਕਰਵਾਉਣੀ ਸੀ, ਰਿਸ਼ਵਤ ਇੰਨੀ ਦੇਣੀ ਪਈ, ਥਾਣੇ 'ਚ ਮਾਮਲਾ ਚਲਾ ਗਿਆ, ਉੱਥੇ ਇਦਾਂ ਕਰਨਾ ਪਿਆ, ਫਲਾਣੀ ਥਾਂ ਦੇ ਉੱਤੇ ਕਨਗੋ ਨੂੰ ਆ ਕਰਨਾ ਪਿਆ, ਫਲਾਣੀ ਥਾਂ ਦੇ ਉੱਤੇ ਆ ਹੋ ਗਿਆ, ਫਲਾਣੀ ਥਾਂ ਤੇ ਆ। ਬਹੁਤ ਸਾਰੇ ਲੋਕਾਂ ਨੇ ਆਪਣੇ ਕੌੜੇ ਤਜਰਬੇ ਜਿਹੜੇ ਸਾਨੂੰ ਦੱਸੇ ਆ। ਸੋ ਆਪਾਂ ਸਾਰਾ ਕੁਝ ਚੰਗਾ ਕਰਗੇ, ਬਸ ਇੰਨੀ ਗੱਲ ਸੀ। ਬਿਲਕੁਲ ਸਹੀ। ਤੇ ਹੁਣ ਖਬਰ ਵੱਲ ਨੂੰ ਵਧੀਆ। ਬਿਲਕੁਲ ਜੀ। ਸਭ ਤੋਂ ਪਹਿਲੀ ਖਬਰ ਜਿਹੜੀ ਹੈ ਉਹ ਜਸਿੰਡਾ ਆਰਡਨ ਦੀ ਸਾਂਝੀ ਕਰਦੇ ਆ, ਜਿਹੜੇ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਚਰਚਾ ਦੇ ਵਿੱਚ ਨੇ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਰੋਨਾ ਦੇ ਉੱਪਰ ਕਾਬੂ ਪਾਇਆ। ਸੋ ਹੁਣ ਕਿਉਂਕਿ ਨਿਊਜ਼ੀਲੈਂਡ ਲੈਵਲ 2 ਦੇ ਉੱਪਰ, ਪੱਧਰ ਦੂਜੇ ਦੇ ਉੱਪਰ ਆ ਚੁੱਕਿਆ, ਤੇ ਉਹਨਾਂ ਨੇ ਵੀ ਆਪਣੇ ਪਰਿਵਾਰ ਦੇ ਨਾਲ ਸਵੇਰੇ ਚਾਹ ਪਾਣੀ ਜਿਹੜਾ ਕਹਿ ਲੋ ਵੀ ਬਾਹਰ ਜਾ ਕੇ ਖਾਣ ਪੀਣ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਣੇ ਹੋਣ ਵਾਲੇ ਹਮਸਾਥੀ ਦੇ ਨਾਲ ਗਏ ਸੀ ਵੈਲਿੰਗਟਨ ਦੇ ਵਿੱਚ। ਬਿਲਕੁਲ ਸਹੀ। ਜਦੋਂ ਵੈਲਿੰਗਟਨ ਦੇ ਵਿੱਚ ਇੱਕ ਕਹਿ ਲੋ ਵੀ ਰੈਸਟੋਰੈਂਟ ਦੇ ਵਿੱਚ, ਕੈਫੇ ਦੇ ਵਿੱਚ ਪਹੁੰਚੇ ਤਾਂ ਉੱਥੇ ਸਾਰੀਆਂ ਸੀਟਾਂ, ਕਿਉਂਕਿ ਸੋਸ਼ਲ ਡਿਸਟੈਂਸਿੰਗ ਦਾ ਕਰਕੇ ਉਹ ਵੀ ਖਿਆਲ ਰੱਖਣਾ ਪੈਂਦਾ ਵੀ ਜਿੰਨੇ ਟੇਬਲ ਹੋਣ ਉਹ ਤੋਂ ਘੱਟ ਟੇਬਲ ਸੀ, ਤੇ ਸਾਰੀਆਂ ਸੀਟਾਂ, ਸਾਰੇ ਟੇਬਲ ਭਰੇ ਹੋਏ ਸੀ। ਜਿਸ ਤੋਂ ਬਾਅਦ ਵਿੱਚ ਉਸ ਹੋਟਲ ਦੇ, ਉਸ ਰੈਸਟੋਰੈਂਟ ਦੇ ਜਿਹੜੇ ਪ੍ਰਬੰਧਕ ਸੀ, ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਸੌਰੀ, ਅਸੀਂ ਫੁੱਲ ਵੀ ਤੁਸੀਂ ਇੱਥੇ ਨਹੀਂ ਖਾ ਪੀ ਸਕਦੇ, ਤੁਹਾਨੂੰ ਵਾਪਸ ਜਾਣਾ ਪਊਗਾ। ਇੰਨਾ ਸੁਣ ਕੇ ਜਦੋਂ ਜਸਿੰਡਾ ਹੋਰੀ ਵਾਪਸ ਜਾਣ ਲੱਗੇ ਤਾਂ ਇੰਨੇ ਨੂੰ ਇੱਕ ਕਪਲ ਜਿਹੜਾ ਉੱਥੇ ਖਾ ਪੀ ਰਿਹਾ ਸੀ ਤੇ ਆਪਣਾ ਖਾਣਾ ਪੀਣਾ ਮੁਕਾ ਚੁੱਕਿਆ ਸੀ ਜੀ, ਉਹ ਕਹਿੰਦੇ ਵੀ ਉਹ ਬਾਹਰ ਨਿਕਲ ਆਇਆ ਤੇ ਉਸ ਤੋਂ ਬਾਅਦ ਪ੍ਰਬੰਧਕ ਜਿਹੜੇ ਸੀ ਉਹ ਭੱਜ ਕੇ ਗਏ ਤੇ ਉਹਨਾਂ ਨੇ ਦੁਬਾਰਾ ਜਸਿੰਡਾ ਹੋਰਾਂ ਨੂੰ ਬੁਲਾਇਆ ਵੀ ਇੱਕ ਟੇਬਲ ਖਾਲੀ ਹੋ ਗਿਆ ਤੇ ਤੁਸੀਂ ਆ ਕੇ ਖਾ ਪੀ ਸਕਦੇ ਹੋ। ਤੇ ਫਿਰ ਜਸਿੰਡਾ ਹੋਰੀ ਵਾਪਸ ਉੱਥੇ ਗਏ ਤੇ ਉਹਨਾਂ ਨੇ ਆਪਣਾ ਖਾਣਾ ਪੀਣਾ ਜਿਹੜਾ ਉਹ ਵਧੀਆ ਤਰੀਕੇ ਨਾਲ ਇੰਜੋਏ ਕੀਤਾ। ਦੇਖੋ ਹਰਮਨ ਜੀ, ਗੱਲ ਇਹ ਹੈ ਵੀ ਇਸ ਗੱਲ ਤੋਂ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਜੀ। ਜਦੋਂ ਅੰਦਰ ਭਰਿਆ ਹੋਇਆ ਕੈਫੇ ਆ, ਪ੍ਰਬੰਧਕਾਂ ਨੇ ਇਹ ਗੱਲ ਕਹਿਤੀ ਵੀ ਇੱਥੇ ਥਾਂ ਹੈ ਨਹੀਂ ਬਹਿਣ ਲਈ, ਉਹ ਮੁਸਕਰਾਉਂਦੇ ਹੋਏ ਬਾਹਰ ਆ ਗਏ ਜੀ। ਜਦੋਂ ਉਹਨਾਂ ਨੇ ਕਿਹਾ ਜੀ ਹੁਣ ਇੱਕ ਸੀਟ ਖਾਲੀ ਹੋ ਗਈ ਹੈ, ਇੱਕ ਮੇਜ਼ ਵਿਹਲਾ ਹੋ ਗਿਆ, ਤੁਸੀਂ ਆ ਜਾਓ, ਉਹ ਮੁਸਕਰਾਉਂਦੇ ਹੋਏ ਅੰਦਰ ਚਲੇ ਗਏ। ਹੁਣ ਜੇਕਰ ਆਪਾਂ ਇੱਥੋਂ ਦੀ ਪ੍ਰਧਾਨ ਮੰਤਰੀ ਦੀ ਆਪਣੇ ਵਾਲੇ ਪਾਸੇ ਤੁਲਨਾ ਕਰਕੇ ਦੇਖੀਏ, ਮੈਂ ਰਾਤ ਸੋਚਦਾ ਸੀਗਾ ਵੀ ਜੇਕਰ ਸਾਡੇ ਵਾਲੇ ਪ੍ਰਧਾਨ ਮੰਤਰੀ ਸਾਹਿਬ ਨੇ, ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਭਾਰਤ 'ਚ, ਉਹਨੇ ਜਾਣਾ ਹੋਵੇ ਕਿਸੇ ਰੈਸਟੋਰੈਂਟ ਦੇ ਵਿੱਚ, ਕਿਸੇ ਢਾਬੇ ਦੇ ਵਿੱਚ, ਕਿਸੇ ਹੋਟਲ ਦੇ ਵਿੱਚ, 7 ਦਿਨ ਪਹਿਲਾਂ ਤਾਂ ਉੱਥੇ ਪੁਲਿਸ ਵਾਲੇ ਕੁੱਤੇ ਲੈ ਕੇ ਫਿਰਦੇ ਆ ਵੀ ਸੁੰਘਦੇ ਆ ਮੇਜ਼ ਨੂੰ, ਕੁਰਸੀ ਨੂੰ, ਬੈੱਡ ਨੂੰ, ਜਿਹੜੀਆਂ ਹੋਰ ਜਿੰਨੀਆਂ ਵੀ ਚੀਜ਼ਾਂ ਸੁੰਘ ਕੇ ਤੇ ਨੇਰੀ ਲਾ ਦਿੰਦੇ ਆ। ਫਿਰ ਜਨਾਬ ਆਉਂਦੇ ਆ, ਉਹ ਅੱਧਾ ਘੰਟਾ ਲਾਉਂਦੇ ਆ, ਉਸ ਤੋਂ ਬਾਅਦ ਸਾਰਾ ਮੀਡੀਆ ਉਸ ਰੈਸਟੋਰੈਂਟ ਜਾਂ ਉਸ ਕੈਫੇ ਦੇ ਵਿੱਚ ਪਹੁੰਚ ਜਾਣਾ ਸੀਗਾ। ਉਹਨਾਂ ਨੇ ਕਹਿਣਾ ਸੀਗਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ कॉफी किस कलर की पी है, उन्होंने मीठा पिया कि नहीं, उन्होंने औसम कहा कि नहीं, उन्होंने वाओ बोला कि नहीं। पूरा ਸਿਖਰ ਦੇ ਉੱਤੇ ਪਹੁੰਚਾ ਦੇਣਾ ਸੀ ਉਸ ਕੈਫੇ ਦਾ ਮਾਲਕ। ਮਿਸ਼ਨ ਕੈਫੇ
ਮਿਸ਼ਨ ਕੈਫੇ ਕਮਾਲ ਕਰ ਲੈਣੀ ਸੀ। ਮਤਲਬ ਇਹ ਆ ਵੀ ਇੱਧਰ ਕਿੰਨੀ ਸਾਦਗੀ ਆ ਤੇ ਉਧਰ ਕਿੰਨੀ ਕਈ ਵਾਰੀ ਸ਼ੋਸ਼ੇਬਾਜ਼ੀ ਸਾਹਮਣੇ ਆਉਂਦੀ ਹੈ। ਉਧਰ ਤਾਂ ਉਹਨਾਂ ਨੇ ਮਤਲਬ ਪਹਿਲਾਂ ਭਾਂਡੇ ਤੱਕ ਦਿਖਾਉਣੇ ਸੀ ਵੀ ਇਹਦੇ ਵਿੱਚ ਕਾਫੀ ਬਣਨੀ ਆ, ਵਾਸ਼ਰੂਮ ਤੱਕ ਦਿਖਾਉਣੇ ਸੀ। ये है वो कप जिसमें प्रधानमंत्री ने कॉफी पी और इसके साथ 2 कुकीज खाई जी, है ना। फिर होटल मालक ਨਾਲ ਗੱਲਬਾਤ, ਉਹਨਾਂ ਨੇ ਕਾਫੀ ਪੀ ਕੇ ਫਿਰ ਕੀ ਕਿਹਾ ਤੁਹਾਨੂੰ, ਦੁਬਾਰਾ ਆਉਣਗੇ ਕਿ ਨਹੀਂ ਆਉਣਗੇ? ਕੁਕੀਜ਼ ਜਿਹੜੀਆਂ ਉਹ ਚਾਕਲੇਟ ਵਾਲੀਆਂ ਸੀ ਜਾਂ ਵਨੀਲਾ ਵਾਲੀਆਂ ਸੀ, ਕਿਹੜੀਆਂ ਪਸੰਦ? कौन से कलर की धोती बांधी थी, कौन से कलर की जैकेट पहनी थी, बाल का स्टाइल क्या था? आय हाय हाय हाय, वाह, वाकई सही गल है ਤੁਹਾਡੀ। बस यही फर्क है। बिल्कुल, ਇਹ ਸਾਦੇ ਮੁਲਕ ਨੇ ਤੇ ਇੱਥੇ ਤਾਂ ਹੀ ਇਹ ਮੁਲਕ ਇੰਨੀਆਂ ਤਰੱਕੀਆਂ ਦੀਆਂ ਰਾਹਾਂ ਦੇ ਉੱਪਰ ਨੇ। ਹਰਮਨ ਜੀ, ਜਦੋਂ ਚਾਰੇ ਪਾਸੇ ਇਸ ਵਕਤ ਆਪਾ ਧਾਪੀ ਜੀ ਮੱਚੀ ਹੋਈ ਹੈ ਜੀ, ਕਿਤੋਂ ਵੀ ਖਬਰ ਇਹੋ ਜਿਹੀ ਨਹੀਂ ਆਉਂਦੀ ਜਿਹਨੂੰ ਅਸੀਂ ਸੁਲੱਖਣੀ ਕਹੀਏ। ਉਸ ਦਰਮਿਆਨ ਕੁਝ ਕੁ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦਾ ਜ਼ਿਕਰ ਹੋਣਾ ਚਾਹੀਦਾ। ਉਹ ਭਾਵੇਂ ਨੌਜਵਾਨ ਕਲੱਬਾਂ ਦੇ ਰੂਪ 'ਚ ਹੋਵੇ, ਭਾਵੇਂ ਪੰਚਾਇਤਾਂ ਦੇ ਰੂਪ ਦੇ ਵਿੱਚ ਲੋਕ ਹੋਣ, ਭਾਵੇਂ ਹੋਰ ਆਮ ਲੋਕ ਹੋਣ, ਭਾਵੇਂ ਕਰਮਚਾਰੀ ਹੋਣ, ਭਾਵੇਂ ਡਾਕਟਰ ਹੋਣ ਤੇ ਭਾਵੇਂ ਮਾਸਟਰ ਹੋਣ ਤੇ ਭਾਵੇਂ ਪੁਲਿਸ ਕਰਮਚਾਰੀ ਹੋਣ। ਬਿਲਕੁਲ ਸਹੀ। ਪੁਲਿਸ ਕਰਮਚਾਰੀਆਂ ਦੀਆਂ ਜੱਗੋ 13ਵੀਆਂ ਦੀਆਂ ਖਬਰਾਂ ਕਿਹੋ ਜਿਹੀਆਂ ਆਉਂਦੀਆਂ ਆਪਾਂ ਸਾਰੇ ਜਾਣਦੇ ਹਾਂ। ਪਰ ਮੈਂ ਫਿਰ ਉਹ ਗੱਲ ਕਹਿਣਾ ਵੀ ਸਾਰੇ ਪੁਲਿਸ ਕਰਮਚਾਰੀ ਮਾੜੇ ਨਹੀਂ। ਕੁਝ ਕੁ ਪੁਲਿਸ ਕਰਮਚਾਰੀ ਇੰਨੇ ਚੰਗੇ ਆ ਵੀ ਕਿਸੇ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਹਦਾ ਕੰਨਿਆਦਾਨ ਵੀ ਕਰਦੇ ਆ। ਕਈ ਪੁਲਿਸ ਕਰਮਚਾਰੀ ਇਹੋ ਜਿਹੇ ਆ ਵੀ ਜੇਕਰ ਕਿਸੇ ਦਾ ਨਿਆਣਾ ਪੜ੍ਹਨ ਤੋਂ ਵਿਰਵਾ ਰਹਿੰਦਾ ਹੋਵੇ, ਵਾਂਝਾ ਰਹਿੰਦਾ ਹੋਵੇ, ਤਾਂ ਉਹਨੂੰ ਆਪਣੇ ਖਰਚੇ ਦੇ ਨਾਲ ਉਹ ਪੜਾਉਣ ਦੀ ਕੋਸ਼ਿਸ਼ ਕਰਦੇ ਆ। ਇਹੋ ਜਿਹੇ ਵੀ ਲੋਕ ਹੈਗੇ ਆ। 2-3 ਇਹੋ ਜਿਹੀਆਂ ਤਾਲਾਬੰਦੀ ਦੇ ਵਿੱਚ ਖਬਰਾਂ ਆਈਆਂ ਪੰਜਾਬ ਤੋਂ ਜਿਹੜੀਆਂ ਕਿ ਸਾਂਝੀਆਂ ਕਰਨ ਨੂੰ ਜੀ ਕਰਦਾ ਸੀਗਾ। ਅੰਮ੍ਰਿਤਸਰ ਦੇ ਵਿੱਚ ਛੇਹਰਟਾ ਖੇਤਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਗਰੀਬ ਬੰਦੇ ਦੀ ਧੀ ਦਾ ਕੰਨਿਆਦਾਨ ਪੁਲਿਸ ਕਰਮਚਾਰੀਆਂ ਨੇ ਕੀਤਾ, ਜਿਸ ਤਰੀਕੇ ਦੇ ਨਾਲ ਚੂੜੇ ਦੀ ਰਸਮ ਕੀਤੀ ਆ, ਕਲੀਰਿਆਂ ਦੀ ਰਸਮ ਕੀਤੀ ਆ, ਜਿਵੇਂ ਗੱਡੀ ਨੂੰ ਧੱਕਾ ਲਾ ਕੇ ਤੇ ਉਹਨਾਂ ਨੇ ਵਿਦਾ ਕੀਤਾ ਹੈਗਾ। ਸੋ ਉਹ ਸਾਰਾ ਕੁਝ ਦੇਖ ਕੇ ਇਉਂ ਲੱਗਾ ਵੀ ਕਈ ਪੁਲਿਸ ਕਰਮਚਾਰੀ ਚੰਗੇ ਵੀ ਹੈਗੇ ਆ। ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ ਤੁਹਾਡੀ। ਔਰ ਇਹ ਜਿਹੜਾ ਵਿਆਹ ਹੋਇਆ ਇਹਦੀ ਚਰਚਾ ਜ਼ੋਰਾਂ ਸ਼ੋਰਾਂ ਦੇ ਉੱਪਰ ਹੈ। ਛੇਹਰਟਾ ਪੁਲਿਸ ਨੇ ਜਿਹੜਾ ਵਿਆਹ ਕੀਤਾ, ਅਸਲ ਦੇ ਵਿੱਚ ਨਾ ਇਹ ਜਿਹੜੇ ਭਾਈ ਸਾਹਿਬ ਜਿਨ੍ਹਾਂ ਦੀ ਇਹ ਧੀ ਸੀ, ਇਹ ਰਿਕਸ਼ਾ ਚਾਲਕ ਨੇ। ਰਿਕਸ਼ਾ ਚਲਾ ਕੇ ਰੋਜ਼ੀ ਰੋਟੀ ਕਮਾਉਣ ਦਾ ਕੰਮ ਕਰਦੇ ਸੀ। ਪਰ ਇਹਨਾਂ ਨੇ ਆਪਣੀ ਧੀ ਦਾ ਜਿਹੜਾ ਵਿਆਹ ਲੋਕਡਾਊਨ ਤੋਂ ਪਹਿਲਾਂ ਹੀ ਮਿੱਥਿਆ ਹੋਇਆ ਸੀ ਵੀ ਫਲਾਣੀ ਤਰੀਕ ਨੂੰ ਇਹਦਾ ਵਿਆਹ ਸੀ ਕਰਨਾ ਹੈ। ਪਰ ਲੋਕਡਾਊਨ ਹੋ ਗਿਆ ਜਿਹਦੇ ਕਰਕੇ ਜਿਹੜਾ ਮਾੜਾ ਮੋਟਾ ਇਹ ਕੰਮ ਕਰਦੇ ਸੀ ਉਹ ਵੀ ਜਾਂਦਾ ਲੱਗਿਆ ਤੇ ਚਿੰਤਾ ਬਹੁਤ ਜ਼ਿਆਦਾ ਵੱਧ ਗਈ ਕਿ ਆਖਿਰਕਾਰ ਹੁਣ ਕੀ ਕਰਾਂਗੇ। ਫਿਰ ਇਹਨਾਂ ਨੇ ਪੁਲਿਸ ਵਾਲਿਆਂ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਚ ਪੁਲਿਸ ਵਾਲੇ ਆਏ। ਇਹਨਾਂ ਨੇ ਮਿਲਣੀ ਦੀ ਰਸਮ ਤੋਂ ਲੈ ਕੇ, ਚੂੜੇ ਦੀ ਰਸਮ ਤੋਂ ਲੈ ਕੇ, ਕਲੀਰਿਆਂ ਦੀ ਰਸਮ ਤੋਂ ਲੈ ਕੇ ਡੋਲੀ ਨੂੰ ਵਿਦਾ ਕਰਨ ਤੱਕ ਦੀ ਰਸਮ ਜਿਹੜੀ ਹੈ ਉਹ ਇਹਨਾਂ ਪੁਲਿਸ ਵਾਲਿਆਂ ਨੇ ਨਿਭਾਈ ਤੇ ਸਾਰੇ ਵਿਆਹ ਦਾ ਜਿਹੜਾ ਬੰਦੋਬਸਤ ਹੈ ਉਹ ਕੀਤਾ, ਹਨਾ। ਤੇ ਜਿਹੜੇ ਪੁਲਿਸ ਵਾਲੇ ਨੇ ਇਹਨਾਂ ਦਾ ਨਾਮ ਹੈ ਸੰਜੀਵ ਕੁਮਾਰ ਤੇ ਇਹਨਾਂ ਨੇ ਇਹ ਐਸਐਚਓ ਦੇ ਅਹੁਦੇ ਦੇ ਉੱਪਰ ਨੇ ਤੇ ਇਹਨਾਂ ਨੇ ਸਿੱਖਿਆ ਵੀ ਗਈ ਟਾਣਾ ਸਾਹਿਬ ਵਿਆਹ ਦੇ ਵਿੱਚ। ਦੇਖੋ ਜੀ ਕਿੰਨਾ ਭਾਵੁਕਤਾ ਵਾਲਾ ਮਾਹੌਲ ਹੋਊਗਾ। ਤੇ ਸੰਜੀਵ ਕੁਮਾਰ ਹੋਰਾਂ ਨੇ ਗੱਲ ਕਹੀ ਹੈ ਵੀ ਇਹ ਜਿਹੜੀ ਧੀ ਆ ਇਹ ਸਿਰਫ ਕੁਲਦੀਪ ਸਿੰਘ ਦੀ ਨਹੀਂ, ਇਹ ਸਾਡੀ ਵੀ ਧੀ ਆ। ਬਿਲਕੁਲ ਸਹੀ। ਇਹੋ ਜਿਹੀਆਂ ਉਦਾਹਰਨਾਂ ਵੀ ਕਦੇ-ਕਦਾਈ ਮਿਲਦੀਆਂ। ਬਿਲਕੁਲ। ਔਰ ਇਹੋ ਜਿਹੀਆਂ ਹੋਰ ਵੀ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਮੈਂ ਚਾਹੁੰਦੀ ਆਪਾਂ ਉਹਦੇ ਉੱਪਰ ਵੀ ਜ਼ਰੂਰ ਗੱਲ ਕਰੀਏ। ਹਰਮਨ ਜੀ, ਇਹੋ ਜਿਹੀ ਇੱਕ ਖਬਰ ਆ ਜਿਹੜੀ ਕਪੂਰਥਲੇ ਦੇ ਰਮਨੀਕ ਚੌਕ ਤੋਂ ਆਈ ਆ। ਰਮਨੀਕ ਚੌਕ ਦੇ ਵਿੱਚ ਪੁਲਿਸ ਦਾ ਨਾਕਾ ਲੱਗਾ ਹੋਇਆ। ਅਚਾਨਕ ਉੱਥੇ ਇੱਕ ਮੋਟਰਸਾਈਕਲ ਦੇ ਉੱਤੇ ਤੇ ਮੁੰਡਾ ਲਾੜੀ ਨੂੰ ਲੈ ਕੇ ਆ ਰਿਹਾ। ਹੁਣੇ ਵਿਆਹ ਹੋਇਆ ਜੀ, ਬਿਲਕੁਲ ਸਾਦਗੀ ਦੇ ਨਾਲ, ਤਾਲਾਬੰਦੀ ਦੇ ਕਰਕੇ ਤੇ ਉਹਨਾਂ ਨੇ ਬਿਲਕੁਲ ਇਕੱਠ ਨਹੀਂ ਕੀਤਾ। ਬੜੀ ਸੁਲੱਖਣੀ ਗੱਲ ਆ ਜੀ। ਪਰ ਜਦੋਂ ਉੱਥੇ ਨਾਕੇ ਦੇ ਉੱਤੇ ਇਸ ਮੁੰਡੇ ਨੂੰ ਰੋਕ ਕੇ ਪੁੱਛ ਪੜਤਾਲ ਕੀਤੀ ਗਈ, ਉਹਨੇ ਦੱਸਿਆ ਜੀ ਕਿ ਮੈਂ ਫਲਾਣੇ ਪਿੰਡ ਦੇ ਵਿੱਚੋਂ ਵਿਆਹ ਕਰਵਾ ਕੇ ਆਇਆ, ਫਲਾਣੇ ਪਿੰਡ ਦੇ ਵਿੱਚ ਚੱਲਿਆ, ਮੈਂ ਫਲਾਣੇ ਪਿੰਡ ਦਾ ਰਹਿਣ ਵਾਲਾ। ਤਾਂ ਪੁਲਿਸ ਕਰਮਚਾਰੀਆਂ ਨੇ ਪਤਾ ਕੀ ਕੀਤਾ? 500 ਰੁਪਇਆ ਦੋਵੇਂ ਜਣਿਆਂ ਨੂੰ ਆਪਣੇ ਵੱਲੋਂ ਸ਼ਗਨ ਦਾ ਦਿੱਤਾ ਤੇ ਦੋਵਾਂ ਦੇ ਗਲ ਦੇ ਵਿੱਚ ਹਾਰ ਵੀ ਪਾਏ ਆ। ਇਹੋ ਜਿਹੀ ਖਬਰ ਵੀ ਇੱਕ ਆਈ ਆ। ਵਾਹ, ਕੀ ਬਾਤ ਹੈ। ਤੇ ਫਿਰ ਇਹਨਾਂ ਨੂੰ ਉੱਥੋਂ ਵਿਦਾ ਕਰ ਦਿੱਤਾ ਗਿਆ ਜੀ। ਤੇ ਇਹੋ ਜਿਹੀ ਇੱਕ ਹੋਰ ਖਬਰ ਆਈ ਹੈ ਪੂਨੇ ਤੋਂ। ਪੂਨੇ ਦੇ ਵਿੱਚ ਇੱਕ ਆਟੋ ਡਰਾਈਵਰ ਮੁੰਡਾ, ਉਹਦਾ ਵਿਆਹ ਰੱਖਿਆ ਹੋਇਆ ਸੀ ਟਾਣਾ ਸਾਹਿਬ। ਪਰ ਤੁਹਾਨੂੰ ਪਤਾ ਲਾਕਡਾਊਨ ਨੇ ਉਧਰ ਵੀ ਸਾਰਾ ਜਿਹੜਾ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ ਤੇ ਇਸ ਮੁੰਡੇ ਨੇ ਵਿਆਹ ਦੇ ਲਈ ਜਿਹੜੇ ਪੈਸੇ ਜੋੜੇ ਹੋਏ ਸੀ ਉਹ ਤਕਰੀਬਨ ਕੋਈ 2 ਲੱਖ ਰੁਪਈਆ ਸੀ, ਹਨਾ। ਇਹਨੇ ਕੀ ਕੀਤਾ ਕਿ ਜਦ ਵਿਆਹ ਨਹੀਂ ਹੋਇਆ ਤੇ ਇਹਨੇ ਉਹ ਪੈਸਾ ਜਿਹੜਾ ਹੈ ਉਹ ਲੋੜਵੰਦਾਂ ਦੇ ਉੱਪਰ ਖਰਚਣ ਦੇ ਬਾਰੇ ਚ ਸੋਚਿਆ, ਗਰੀਬਾਂ ਦੇ ਉੱਪਰ ਖਰਚਣ ਦੇ ਬਾਰੇ ਚ ਸੋਚਿਆ। ਇਹ ਬੰਦਾ ਕੀ ਕਰਦਾ ਹੈ ਕਿ ਇਹਨੇ ਨਾ, ਇਹਦਾ ਨਾਮ ਹੈ ਅਕਸ਼ੇ ਕੋਠਵਾਲੇ ਜੀ। ਤੇ ਇਹ ਜਿਹੜਾ ਮੁੰਡਾ ਹੈ ਇਹ ਕੀ ਕਰਦਾ, 30 ਸਾਲਾਂ ਦਾ ਹੈ ਤੇ ਇਹ ਹਰ ਰੋਜ਼ ਜਿਹੜੀਆਂ ਗਰਭਵਤੀ ਔਰਤਾਂ ਨੇ ਤੇ ਜਿਹੜੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਇੱਕ ਤਾਂ ਮੁਫਤ ਦੇ ਵਿੱਚ ਆਪਣੇ ਆਟੋ ਰਾਹੀਂ ਜਿੱਥੇ ਵੀ ਉਹਨਾਂ ਜਾਣਾ ਹੁੰਦਾ ਉੱਥੇ ਛੱਡਣ ਦਾ ਕੰਮ ਕਰਦਾ ਹੈ। ਉਸ ਤੋਂ ਇਲਾਵਾ ਆਪਣੇ ਘਰੋਂ ਰੋਟੀ ਸਬਜ਼ੀ ਤਿਆਰ ਕਰਕੇ ਤੇ ਉਹਨਾਂ ਨੂੰ ਖਵਾਉਣ ਦਾ ਕੰਮ ਵੀ ਕਰਦਾ ਹੈ। ਇਹਨੇ ਆਪਣੇ ਵਿਆਹ ਦਾ ਜਿਹੜਾ ਪੈਸਾ ਹੈ ਉਹਨੂੰ ਇਸ ਤਰੀਕੇ ਦੇ ਨਾਲ ਖਰਚਣ ਦੇ ਲਈ ਕਹਿੰਦਾ ਵੀ ਕਿਉਂਕਿ ਵਿਆਹ ਜਿਹੜਾ ਹੈ ਉਹ ਅੱਗੇ ਪੈ ਚੁੱਕਿਆ ਸੀ ਤੇ ਇਹਨੇ ਸੋਚਿਆ ਵੀ ਆਪਣਾ ਜਿਹੜਾ ਪੈਸਾ ਮੈਂ ਇਕੱਠਾ ਕੀਤਾ ਇਹ ਲੋਕਾਂ ਦੇ ਕੰਮ ਆ ਜਾਵੇ। ਦੇਖੋ ਜੀ, ਇਹੋ ਜੀ ਸਮਾਜ ਸੇਵਾ ਦੀ ਭਾਵਨਾ ਵੀ ਹੈ। ਬੰਦਾ ਰੁਪਈਆ ਜੋੜ ਕੇ ਤੇ ਵਿਆਹ ਦੇ ਮੌਕੇ ਦਾ ਪ੍ਰਬੰਧ ਕਰਦਾ ਜੀ।
ਵੈਸੇ ਤਾਂ ਵਿਆਹ ਸਾਦੇ ਹੋਣੇ ਚਾਹੀਦੇ ਆ, ਭਾਵੇਂ ਪੰਜਾਬ ਹੋਵੇ ਤੇ ਭਾਵੇਂ ਪੰਜਾਬੋਂ ਬਾਹਰਲਾ ਸੂਬਾ ਜੀ। ਪਰ ਹੁਣ ਜਦੋਂ ਇਹੋ ਜਿਹੇ ਨੌਜਵਾਨ ਵੀ ਹੈਗੇ ਆ ਕਿ 2 ਲੱਖ ਰੁਪਈਆ ਉਹ ਵੀ ਤਾਲਾਬੰਦੀ ਦੇ ਵਿੱਚ ਲੋੜਵੰਦਾਂ ਦੀ ਮਦਦ ਦੇ ਉੱਤੇ ਖਰਚਤਾ। ਕਰੋਨਾ ਦੀ ਮਹਾਮਾਰੀ ਦੇ ਮੌਕੇ ਉਹਨਾਂ ਨੇ ਦੂਜਿਆਂ ਦੀ ਮਦਦ ਕੀਤੀ ਆ, ਇਹਦੇ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਆ। ਇਸ ਮੁੰਡੇ ਨੇ ਇੱਕ ਗੱਲ ਇਹ ਵੀ ਕਹੀ ਆ, ਕਹਿੰਦਾ ਵੀ ਮੈਂ ਜੋ ਵੀ ਕੁਝ ਕੀਤਾ ਨਾ, ਮੈਂ ਆਪਣੀ ਹੋਣ ਵਾਲੀ ਘਰਵਾਲੀ ਦੇ ਨਾਲ ਹਮਸਲਾਹ ਹੋ ਕੇ ਕੀਤਾ। ਵਾਹ। ਮੈਂ ਉਹਨੂੰ ਕਿਹਾ ਵੀ ਆਪਣਾ ਵਿਆਹ ਤਾਂ ਹੁਣ ਅੱਗੇ ਪੈ ਜਾਣਾ, ਉਹ ਵੀ ਕਹਿੰਦੀ ਵੀ ਹਾਂ ਅੱਗੇ ਪੈ ਜਾਣਾ। ਕਹਿੰਦਾ ਮੈਂ ਉਹਨੂੰ ਕਿਹਾ ਵੀ 2 ਲੱਖ ਰੁਪਈਆ ਮੇਰੇ ਕੋਲ ਹੈਗਾ, ਮੇਰਾ ਬਜਟ ਆ ਵਿਆਹ ਦਾ। ਉਹ ਕਹਿੰਦੀ ਵੀ ਤੈਨੂੰ ਜਿਵੇਂ ਠੀਕ ਲੱਗੇ ਤੂੰ ਉਵੇਂ ਕਰ ਲਾ। ਤੇ ਫਿਰ ਮੈਂ ਇਹ ਗਰੀਬਾਂ ਦੇ ਉੱਤੇ, ਲੋੜਵੰਦਾਂ ਦੇ ਉੱਤੇ ਖਰਚਿਆ। ਹਰ ਰੋਜ਼ ਇਹ 2-3 ਸਬਜ਼ੀਆਂ ਬਣਾ ਕੇ, ਰੋਟੀਆਂ ਆਪ ਬਣਾ ਕੇ ਤੇ ਲੋਕਾਂ ਦੇ ਵਿੱਚ ਜਾਂਦਾ ਤੇ ਵੰਡ ਕੇ ਆਉਂਦਾ। ਇਹੋ ਜਿਹੀਆਂ ਉਦਾਹਰਨਾਂ ਵੀ ਆ। ਇੱਕ ਹੋਰ ਖਬਰ ਆ, ਉਹ ਹੈਗੀ ਆ ਜੋ ਵਿਧਾਇਕ ਨੇ ਕੁਲਦੀਪ ਸਿੰਘ ਵੈਦ, ਉਹਨਾਂ ਦੇ ਪੁੱਤ ਦੇ ਨਾਲ ਜੁੜੀ ਹੋਈ। ਅੱਛਾ ਜੀ। ਉਹਨਾਂ ਨੇ ਵੀ ਇਸ ਮੌਕੇ ਦੇ ਉੱਤੇ ਆਪਣੇ ਪੁੱਤ ਦਾ ਵਿਆਹ ਬੜੀ ਸਾਦਗੀ ਦੇ ਨਾਲ ਕੀਤਾ। ਜਿੰਨੇ ਵੀ ਉੱਥੇ ਮਹਿਮਾਨ ਸੀ, ਬਹੁਤ ਥੋੜੀ ਗਿਣਤੀ ਦੇ ਵਿੱਚ ਸੀ, ਸਾਰਿਆਂ ਨੇ ਮਾਸਕ ਪਹਿਨੇ ਹੋਏ ਸੀ, ਪਰ ਡਿਜ਼ਾਈਨਦਾਰ ਮਾਸਕ ਸੀਗੇ। ਵਾਹ। ਵੀ ਯਾਨੀ ਕਿ ਲੀੜਿਆਂ ਦੇ ਨਾਲ ਮੇਲ ਖਾਂਦੇ, ਮੈਚਿੰਗ ਜਿਹਨੂੰ ਕਹਿੰਦੇ ਆ, ਉਹ ਕੀਤੀ ਹੋਈ ਸੀ। ਚਲੋ ਇਹ ਬੰਦੇ ਨੂੰ ਆਪਣੇ ਸ਼ੌਕ ਪੁਗਾ ਲੈਣੇ ਚਾਹੀਦੇ ਇੰਨੇ ਕੁ ਤਾਂ, ਪਰ ਗੱਲ ਇਹ ਆ ਵੀ ਇਸ ਵਕਤ ਨਾ ਸਾਨੂੰ ਇਕੱਠ ਨਹੀਂ ਕਰਨਾ ਚਾਹੀਦਾ। ਤੇ ਜਿਨ੍ਹਾਂ ਨੇ ਵੀ ਹੁਣ ਤੱਕ ਨਹੀਂ ਇਕੱਠ ਕੀਤਾ, ਜਿਨ੍ਹਾਂ ਨੇ ਵੀ ਖਰਚਾ ਪੱਠਾ ਨਹੀਂ ਕੀਤਾ ਬੇਲੋੜਾ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਬਿਲਕੁਲ। ਤੇ ਆਪਾਂ ਹੁਣ ਜੇ ਖਰਚੇ ਤੋਂ ਬਿਨਾਂ ਰਹਿ ਸਕਦੇ ਆ ਤਾਂ ਆਪਾਂ ਅੱਗੇ ਵੀ ਰਹਿ ਸਕਦੇ ਆ। ਇਹਦੇ ਤੋਂ ਵੀ ਕੁਝ ਸਿੱਖੀਏ ਵੀ ਜੇ ਹੁਣ ਵਿਆਹ ਸ਼ਾਦੀਆਂ, ਸਾਰਾ ਸਮਾਗਮ ਜਿਹੜੇ ਨੇ ਉਹ ਸਾਦੇ ਹੋ ਸਕਦੇ ਨੇ ਤਾਂ ਅੱਗੇ ਕਿਉਂ ਨਹੀਂ। ਸੋ ਅਸੀਂ ਇਸ ਲੋਕਡਾਊਨ ਤੋਂ, ਇਸ ਕਰੋਨਾ ਤੋਂ ਇਹੀ ਸਿੱਖਿਆ ਲੈ ਲਈਏ ਵੀ ਅੱਗੇ ਤੋਂ ਵੀ ਸਾਦੇ ਸਿੱਖਿਆ ਜਾ ਸਕਦਾ। ਹਰਮਨ ਜੀ, ਇਸ ਤਾਲਾਬੰਦੀ ਦੇ ਵਿੱਚ ਬੰਦਾ ਬੰਦੇ ਦੇ ਕਿੰਨਾ ਕੁ ਕੰਮ ਆਉਂਦਾ ਇਹ ਵੀ ਪਤਾ ਲੱਗ ਗਿਆ, ਬੇਗਾਨੇ ਕਿਵੇਂ ਕੰਮ ਆ ਜਾਂਦੇ ਇਹ ਵੀ ਪਤਾ ਲੱਗ ਗਿਆ, ਤੇ ਆਪਣੇ ਕਿਵੇਂ ਲਾਸ਼ ਦਾ ਸੰਸਕਾਰ ਨਹੀਂ ਕਰਦੇ ਇਹ ਵੀ ਖਬਰਾਂ ਸਾਹਮਣੇ ਆਈਆਂ। ਇੱਥੋਂ ਵੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਪਿੰਡਾਂ ਦੇ ਕਈ ਲੋਕ ਕਿਵੇਂ ਭਾਈਚਾਰਕ ਸਾਂਝ ਦੇ ਵਿੱਚ ਬੱਝੇ ਹੋਏ ਆ, ਤੇ ਕਿਵੇਂ ਕਈ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਤੜਕ ਕਰਕੇ ਟੁੱਟੀ ਆ। ਸਾਡੀਆਂ ਸਰਕਾਰਾਂ ਦੀ ਸਥਿਤੀ ਕੀ ਆ, ਸਾਡਾ ਸਿਹਤ ਮਹਿਕਮਾ ਕਿੱਥੇ ਜੇ ਖੜਾ, ਕਿਸ ਤਰੀਕੇ ਦੇ ਨਾਲ ਬੇਗਾਨਗੀ ਦਾ ਅਹਿਸਾਸ ਕਈ ਲੋਕਾਂ ਨੂੰ ਕਰਵਾਇਆ ਗਿਆ, ਕਈ ਲੋਕ ਸਾਡੇ ਦਿਲ ਦੇ ਵਿੱਚ ਵਸ ਗਏ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਕਿਹਾ ਹੀ ਆ ਬਈ ਇਸ ਵਕਤ ਨਾ ਸਾਨੂੰ ਖੁਸ਼ੀਆਂ ਦੇ ਮੌਕੇ ਜਿਹੜੇ ਉਹ ਕਿਵੇਂ ਸਾਂਝੇ ਕਰਨੇ ਆ, ਇਹਦੇ ਬਾਬਤ ਵੱਲ ਸਿੱਖਣ ਦੀ ਲੋੜ ਹੈ। ਜੇਕਰ ਹੁਣ ਨੱਕ ਦਾ ਚੱਕਰ ਨਹੀਂ ਨਾ ਪਿਆ ਪਿਛਲੇ 2-2.5 ਮਹੀਨਿਆਂ ਦੇ ਵਿੱਚ, ਤਾਂ ਭਵਿੱਖ ਦੇ ਵਿੱਚ ਵੀ ਨਾ ਪੈਣ ਦਿਓ। ਯਕੀਨ ਮੰਨਿਓ ਅੱਧੋਂ ਵੱਧ ਖੁਦਕੁਸ਼ੀਆਂ ਘਟ ਜਾਣੀਆਂ, ਕਿਉਂਕਿ 10-10, 15-15, 20-20, 25-25, 50-50 ਲੱਖ ਰੁਪਈਆ ਅਸੀਂ 5-7 ਘੰਟੇ ਦੇ ਵਿਆਹ ਦੇ ਉੱਤੇ ਖਰਚਦੇ ਆ। ਉਮਰ ਭਰ ਅਸੀਂ ਕਮਾਈ ਕਰਦੇ ਆ, ਜੋੜਦੇ ਆ, ਜਮਾ ਪੂੰਜੀ ਨੂੰ ਅੱਗ ਲਾ ਕੇ ਰੱਖ ਦਿੰਦੇ ਆ। ਉਹ ਵੀ ਨੱਕ ਦੇ ਚੱਕਰ ਦੇ ਵਿੱਚ। ਨੱਕ ਦਾ ਖੇੜਾ ਛੱਡੋ, ਤੁਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਵੋ। ਤੇ ਜੇ ਤੁਹਾਡੇ ਕੋਲੇ 4 ਛਿਲੜ ਹੈਗੇ, ਤੁਹਾਡੇ ਔਖੇ ਵੇਲੇ ਕੰਮ ਆਉਣਗੇ, ਨਹੀਂ ਤਾਂ ਸ਼ਾਹੂਕਾਰਾਂ ਨਾਲ ਫੜਿਆ ਹੋਇਆ ਕਰਜ਼ਾ ਤੁਹਾਨੂੰ ਮਰਨ ਵਾਸਤੇ ਮਜਬੂਰ ਕਰ ਦੂਗਾ। ਪਰ ਨਾਲ ਦੇ ਨਾਲ ਟੈਣਾ ਸਾਹਿਬ ਇੱਥੇ ਇਹ ਵੀ ਚੀਜ਼ ਜ਼ਰੂਰ ਕਹਿਣੀ ਬਣਦੀ ਹੈ ਕਿ ਕਈ ਵਾਰ ਐ ਹੁੰਦਾ ਵੀ ਇੱਕ ਧੀ ਦੇ ਮਾਪੇ ਜਿਹੜੇ ਨੇ ਉਹ ਚਾਹੁੰਦੇ ਨਹੀਂ ਹੁੰਦੇ ਪੈਸਾ ਖਰਚਣਾ, ਪਰ ਜਦੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਦਾਜ ਅਸੀਂ ਕੋਈ ਨਹੀਂ ਲੈਂਦੇ, ਬਸ ਤੁਸੀਂ ਨਾ ਆਈ ਹੋਈ ਬਰਾਤ ਦੀ ਸੇਵਾ ਕਰ ਲਿਓ, ਤੇ ਬਰਾਤ 'ਚ ਸੁੱਖ ਨਾਲ 500 ਤੋਂ 1000 ਬੰਦਾ ਤਾਂ ਹੋਊਗਾ ਹੀ। ਇਹ ਗੱਲਾਂ ਜਿਹੜੀਆਂ ਨੇ ਇਹ ਵੀ ਕਹਿਣ ਤੋਂ ਅਸੀਂ ਗੁਰੇਜ਼ ਕਰੀਏ। ਅਸੀਂ ਇਹ ਨਾ ਸੋਚਿਆ ਕਰੀਏ ਵੀ ਜੇ ਕਿਸੇ ਨੇ ਧੀ ਦੇਣੀ ਹੈ ਤਾਂ ਉਹ ਏਦਾਂ ਵੱਧ ਚੜ ਕੇ ਖਰਚਾ ਕਰੇ ਕਿ ਅਗਲੇ ਨੂੰ ਮੁੜ ਕੇ ਕਈ ਸਾਲ ਲੱਗ ਜਾਣ ਆਪਣੀ। ਨਹੀਂ, ਜਿਹੜੀ ਬਰਾਤ ਆ, ਕੋਈ ਵੀ ਬਰਾਤ ਹੋਵੇ, ਭਾਵੇਂ 100 ਬੰਦੇ ਦੀ ਹੋਵੇ, ਭਾਵੇਂ 50 ਵਾਲੀ ਤੇ ਭਾਵੇਂ 500 ਦੀ, ਉਹਨਾਂ ਨੇ ਢਿੱਡ ਦੇ ਨਾਲ ਅੰਨ ਬੰਨ ਕੇ ਲੈ ਜਾਣਾ। ਰੋਟੀ ਖਾਂਦੀ ਏਡੇ ਹੋਏ ਮਰ ਥੋੜੀ ਚੱਲੇ ਆ ਵੀ ਜੇਕਰ ਆਪਾਂ ਸਾਦਾ ਖਾ ਲਾਂਗੇ ਅੱਜ। ਜੀ, ਸੋ ਆਪਾਂ ਵੀ ਮੰਗਾਂ ਰੱਖਣੀਆਂ ਜਿਹੜੀਆਂ ਉਹ ਬੰਦ ਕਰੀਏ। ਕਈ ਵਾਰ ਧੀ ਦੇ ਮਾਪੇ ਨਾ ਤਾਂ ਖਰਚਾ ਕਰਨ ਦੇ ਕਾਬਿਲ ਹੁੰਦੇ ਨੇ ਤੇ ਨਾ ਹੀ ਉਹ ਚਾਹੁੰਦੇ ਹੁੰਦੇ ਨੇ ਖਰਚਾ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਅਸੀਂ ਉੱਥੇ ਕਹਿੰਦੇ ਵੀ ਇੰਨੇ ਤਰ੍ਹਾਂ ਦਾ ਚਿਕਨ ਹੋਵੇ, ਏਦਾਂ ਦਾ ਡੀਜੇ ਹੋਵੇ, ਏਦਾਂ ਦੇ ਪ੍ਰਬੰਧ ਹੋਣ। ਯਾਰ ਅਸੀਂ ਦੂਜੇ ਦੀ ਮਿਹਨਤ ਨੂੰ ਆਪਣੀ ਮਿਹਨਤ ਸਮਝ ਕੇ ਬਚਾਉਣ ਦੀ ਕੋਸ਼ਿਸ਼ ਕਰਗੇ। ਅਸੀਂ ਖੁਸ਼ੀਆਂ ਨਾ ਜਿਹੜੀਆਂ ਉਹ ਮਿਲ ਬੈਠ ਕੇ ਵੰਡਣੀਆਂ, ਨਾ ਕਿ ਪੈਸੇ ਖਰਚਵਾ ਕੇ ਕੱਛਾਂ ਵਜਾਉਣੀਆਂ। ਅਸੀਂ ਤਮਾਸ਼ਬੀਨ ਨਾ ਬਣੀਏ। ਉਧਰੋਂ ਕੁੜੀ ਦੇ ਬਾਪੂ ਦਾ ਜਲੂਸ ਨਿਕਲਿਆ ਪਿਆ ਹੁੰਦਾ ਪੈਸੇ ਖਰਚਦੇ ਆ, ਤੇ ਆਪਾਂ ਕਹਿੰਦੇ ਗੱਲ ਬਣੀ ਨਹੀਂ, ਲੂਣ ਹੈ ਨਹੀਂ ਸੀ, ਲੂਣ ਹੈ ਨਹੀਂ। ਘਰੇ ਤਾਂ ਜਿਵੇਂ 36 ਕਿਸਮ ਦਾ ਚਿਕਨ ਖਾਂਦੇ ਹੁੰਦੇ ਆ। ਜੀ ਬਿਲਕੁਲ ਸਹੀ ਗੱਲ ਹੈ। ਹਾਂ, ਇਸ ਕਰਕੇ ਸਾਦੇ ਆਪ ਰਹੋ, ਸਾਦਾ ਵਿਆਹ ਕਰੋ, ਭਾਵੇਂ ਮੁੰਡੇ ਵਾਲੇ ਆ ਭਾਵੇਂ ਕੁੜੀ ਵਾਲੇ ਆ। ਤੇ ਜਿਹੜੇ ਬੰਦੇ ਕਹਿੰਦੇ ਨਾ ਵੀ ਬਰਾਤ ਦੀ ਸੇਵਾ ਕਰ ਦਿਓ, ਬਸ ਕੀ ਕਵਾਂ। ਬਿਲਕੁਲ। ਸੋ ਅਸੀਂ ਮੈਂ ਤੁਹਾਡੇ ਜਿਹੜੇ ਹਾਵ ਭਾਵ ਸਮਝ ਸਕਦੀ ਹਾਂ ਟੈਣਾ ਸਾਹਿਬ। ਸੋ ਇਸ ਲਈ ਅਸੀਂ ਥੋੜਾ ਜਿਹਾ ਗੁਰੇਜ਼ ਆਪ ਵੀ ਕਰੀਏ ਤੇ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਵੀ। ਇਹ ਤਾਂ ਚਲੋ ਵਿਆਹ ਦੀ ਗੱਲ ਆ। ਕਈ ਲੋਕ ਜਦੋਂ ਮਰਗ ਤੋਂ ਬਾਅਦ ਭੋਗ ਦੇ ਉੱਤੇ ਜਾਂਦੇ ਆ ਨਾ, ਉਦੋਂ ਵੀ ਨੁਕਸ ਕੱਢਦੇ, ਰੋਟੀ ਨਹੀਂ ਉਹਨਾਂ ਨੇ ਚੰਗੀ ਕੀਤੀ ਵੀ ਤੁਸੀਂ ਮੰਗਣੇ ਤੇ ਜਾ ਕੇ ਆਏ ਆ। ਉਹ ਕਾਦੀ ਰੋਟੀ ਕਰਨ, ਉਹਨਾਂ ਦੇ ਘਰ ਦੇ ਵਿੱਚ ਸੋਗ ਪਸਰਿਆ। ਪਤਾ ਨਹੀਂ ਉਹਨਾਂ ਨੇ ਬਚਾਉਣ ਦੀਆਂ ਬੰਦੇ ਨੂੰ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ। ਹੋ ਸਕਦਾ ਵੀ ਉਹਨਾਂ ਨੇ ਸਾਰੀ ਆਪਦੀ ਜਮ੍ਹਾਂ ਪੂੰਜੀ ਉਹਦੇ ਇਲਾਜ ਦੇ ਉੱਤੇ ਲਾਤੀ ਹੋਵੇ। ਦੁੱਕੀ ਦੀ ਆਪਾਂ ਕਦੇ ਮਦਦ ਨਹੀਂ ਕੀਤੀ ਹੁੰਦੀ ਉਹਨਾਂ ਦੀ। ਹਾਲ ਚਾਲ ਸਿਰਫ ਅਸੀਂ ਇੱਕ ਰਸਮ ਜੀ ਨਿਭਾਉਣ ਦੇ ਤੌਰ ਦੇ ਉੱਤੇ ਪੁੱਛਦੇ ਆ, ਤੇ ਬਾਅਦ ਵਿੱਚ ਨੁਕਸ ਕੱਢਦੇ ਆ। ਪਨੀਰ ਇਹਨਾਂ ਦਾ ਵੀ ਨਹੀਂ ਚੰਗਾ ਸੀ, ਚੌਲਾਂ ਦੇ ਵਿੱਚ ਮਟਰ ਘੱਟ ਸੀ। ਜੀ ਟੈਣਾ ਸਾਹਿਬ, ਪਰ ਮੈਂ ਨਾ ਖੁਸ਼ੀ ਖੇੜੇ ਦੇ ਮੌਕੇ ਦੇ ਉੱਪਰ ਤਾਂ ਖਰਚ ਜਿਹੜਾ ਉਹ ਸਮਝ ਸਕਦੀ ਫਿਰ ਵੀ,
ਪਰ ਮਰਗ ਦੇ ਉੱਪਰ ਜਿਹੜੇ ਪਕਵਾਨ ਬਣਾਏ ਜਾਂਦੇ ਨੇ, ਜਿਹੜਾ ਕੜਾਹ ਵੀ ਹੋਣਾ ਚਾਹੀਦਾ ਤੇ ਮਿੱਠਾ ਵੀ ਹੋਣਾ ਚਾਹੀਦਾ ਤੇ ਆ ਵੀ ਤੇ ਉਹ ਵੀ, ਉਹ ਮੈਨੂੰ ਕਦੇ ਸਮਝ ਚ ਨਹੀਂ ਆਇਆ। ਮਰੀਆਂ ਜ਼ਮੀਰਾਂ ਵਾਲੇ ਮਰਗ ਤੋਂ ਵੀ ਚੰਗੇ ਖਾਣਿਆਂ ਦੀ ਆਸ ਕਰਦੇ ਆ, ਮੈਨੂੰ ਇਉਂ ਲੱਗਦਾ ਜੀ। ਬਿਲਕੁਲ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਆਪਾਂ। ਬਿਲਕੁਲ ਹਰਮਨ ਜੀ, ਅੱਗੇ ਵਧਣ ਤੋਂ ਪਹਿਲਾਂ ਨਾ ਮੈਨੂੰ ਇੱਕ ਗੱਲ ਚੇਤੇ ਆ ਗਈ, ਜਿਹੜੀ ਕਿ ਇੱਕ ਸੱਜਣ ਨੇ ਭੇਜੀ ਆ। ਉਹ ਕਹਿੰਦਾ ਵੀ ਇੱਕ ਫਕੀਰ ਦੇ ਕੋਲੇ ਨਾ ਇੱਕ ਕੌਲਾ ਸੀਗਾ। ਅੱਛਾ ਜੀ। ਉਹ ਕੌਲਾ ਨਾ ਜਿਹੜਾ ਉਹ ਕੋਈ ਵੀ ਚੀਜ਼ ਬਹੁਤ ਵੱਡੇ ਪੱਧਰ ਦੇ ਉੱਤੇ ਪੈਦਾ ਕਰ ਦਿੰਦਾ ਸੀਗਾ। ਫਕੀਰ ਨੇ ਉਹਨੂੰ ਕਿਹਾ ਕਰਨਾ ਵੀ ਦੁੱਧ ਦਾ ਭਰਜਾ, ਉਹ ਖੀਰ ਦਾ ਭਰਜਾ ਕਰਨਾ। ਵਾਹ। ਫਕੀਰ ਨੇ ਕਿਹਾ ਕਰਨਾ ਵੀ ਇਹ ਪਾਣੀ ਦਾ ਭਰਜਾ, ਉਹ ਦੁੱਧ ਦਾ ਭਰਜਾ ਕਰਨਾ। ਜਦੋਂ ਉਹ ਇਹੋ ਜੀ ਗੱਲ ਕੌਲੇ ਨੂੰ ਕਹਿਣਾ ਹੁੰਦਾ ਸੀਗਾ, ਏਦਾਂ ਚੀਜ਼ਾਂ ਬਣ ਜਾਂਦੀਆਂ ਸੀ ਨਾ, ਤੇ ਇੱਕ ਬੰਦਾ ਲੁੱਕ ਕੇ ਇਹ ਸਾਰੀ ਗੱਲ ਦੇਖਦਾ ਹੁੰਦਾ ਸੀ। ਇੱਕ ਦਿਨ ਫਕੀਰ ਆ ਜਿਹੜਾ ਉਹ ਸੌਂ ਗਿਆ ਤੇ ਉਸ ਬੰਦੇ ਨੇ ਉਹਦਾ ਕੌਲਾ ਚੋਰੀ ਕਰ ਲਿਆ। ਕੌਲਾ ਚੋਰੀ ਕਰਕੇ ਉਹ ਘਰੇ ਆ ਗਿਆ, ਹੱਥ ਜਾ ਫੇਰ ਕੇ ਉਤੋਂ ਨਹੀਂ ਕਹਿੰਦਾ ਕੌਲੇ ਨੂੰ, ਕਹਿੰਦਾ ਵੀ ਐ ਕਰ 5 ਲੱਖ ਬਣ ਜਾ। ਉਹ ਕਹਿੰਦਾ 5 ਦੀ ਕਿਹੜੀ ਗੱਲ ਆ, 15 ਚੱਕ। ਆਇਆ ਕੁਛ ਵੀ ਨਾ। ਅੱਛਾ ਜੀ। ਉਹ ਕਹਿੰਦਾ 15 ਲੱਖ ਬਣ ਜਾ। ਉਹ ਕਹਿੰਦਾ 15 ਲੱਖ ਦੀ ਕਿਹੜੀ ਗੱਲ ਆ, ਭਾਵੇਂ 20 ਲੱਖ ਕਰੋੜ ਰੁਪਇਆ ਬਣਵਾ ਲਾ। ਲਓ ਜੀ, ਉਹ ਬੰਦਾ ਕਹਿੰਦਾ ਵੀ ਤੂੰ ਕੁਛ ਕਰ ਵੀ, ਬਣਦਾ ਕੁਛ ਹੈ ਨਹੀਂ ਗਾ ਇਹਦੇ ਵਿੱਚ, ਤੂੰ ਕਹਿ ਦਿੰਦਾ ਵੀ ਇੰਨਾ ਕੀ ਕਰਨਾ, ਇੰਨਾ ਬਣ ਜਾ, ਇੰਨਾ ਕੀ ਕਰਨਾ, ਇੰਨਾ ਬਣਾ ਦਿੰਨੇ ਆ। ਕਹਿੰਦਾ ਅਸਲ ਦੇ ਵਿੱਚ ਮੇਰੇ ਹੱਥ ਵਸ ਕੁਛ ਨਹੀਂ ਗਾ, ਇਹ ਤਾਂ ਸਾਰਾ ਕੁਝ ਫਕੀਰ ਦੀ ਕਰਾਮਾਤ ਹੀ ਆ। ਮੈਂ ਤਾਂ ਸਿਰਫ ਤੇ ਸਿਰਫ ਅਗਲੀ ਗੱਲ ਕਰਨ ਵਾਲਾ ਹੀ ਆ। ਤੂੰ 5 ਮੰਗੇਗਾ ਮੈਂ 15 ਕਹਿ ਦੇਣਾ, ਤੂੰ 15 ਕਹੇਗਾ ਮੈਂ 18 ਕਹਿ ਦੇਣਾ, ਤੂੰ 18 ਕਹੇਗਾ ਮੈਂ 20 ਲੱਖ ਕਰੋੜ ਕਹਿ ਦੇਣਾ। ਕਹਿੰਦੇ ਵੀ ਉਸ ਬੰਦੇ ਨੇ ਕੌਲਾ ਮਾਰਿਆ ਵਗਾ ਕੇ, ਉਹ ਕੌਲਾ ਡਿੱਗ ਪਿਆ ਭਾਰਤ ਦੇ ਵਿੱਚ। ਅੱਛਾ ਜੀ। ਤੇ ਇਸ ਗੱਲ ਦਾ 20 ਲੱਖ ਕਰੋੜ ਰੁਪਏ ਦੇ ਨਾਲ ਕੋਈ ਸੰਬੰਧ ਨਹੀਂ ਆ। ਠੀਕ ਹੈ ਜੀ। ਬਸ ਇਹ ਆ। ਟਾਣਾ ਸਾਹਿਬ, ਵੈਸੇ ਭਾਰਤ ਦੀ ਕਿੰਨੀ ਜਨਸੰਖਿਆ? 130 ਕਰੋੜ ਤੋਂ ਵੱਧ ਹੀ ਆ ਹੁਣ। ਚਲੋ ਆਪਾਂ 135 ਕਰੋੜ ਮੰਨ ਲੈਂਦੇ ਆ। ਜੇ ਕਰੋੜ ਰੁਪਈਆ ਕੱਲੇ ਕੱਲੇ ਬੰਦੇ ਨੂੰ ਦਿੱਤਾ ਹੁੰਦਾ ਤਾਂ ਕਿੰਨੇ ਬਣਨੇ ਸੀ? ਬਹੁਤ ਬਣ ਜਾਣੇ ਸੀ। ਦੇਖੋ ਮੈਂ ਸਧਾਰਨ ਬੰਦਾ, ਸਧਾਰਨ ਜਾਂ ਪੜਿਆ ਲਿਖਿਆ, ਮੈਂ ਕਿਹੜਾ ਕੈਲਕੂਲੇਟਰ ਲੈ ਕੇ ਬੈਠਾ, ਪਰ ਬਥੇਰੇ ਪੈਸੇ ਬਣ ਜਾਣੇ ਸੀ। ਕਿੰਨੇ ਕ? ਬਾਲੇ। ਅੱਛਾ। ਬੇਅੰਤ। ਓਏ ਹੋਏ। ਮੇਰੇ ਨਾਨਾ ਜੀ ਕਹਿੰਦੇ ਹੁੰਦੇ ਸੀ ਵੀ ਜਿੰਨੇ ਨਾ ਸਮੁੰਦਰਾਂ 'ਚ ਪਾਣੀ ਆ, ਜਿੰਨਾ ਅਸਮਾਨ 'ਚ ਤਾਰੇ ਆ ਜੀ, ਬਸ ਇੰਨੇ ਹੀ ਹੋਣੇ ਸੀ। ਪਰ 20 ਲੱਖ ਕਰੋੜ ਤੋਂ ਤਾਂ ਘੱਟ ਹੀ ਹੋਣੇ ਸੀ ਸ਼ਾਇਦ। ਇਹ ਵੀ ਗੱਲ ਸਹੀ ਹੈ ਤੁਹਾਡੀ। ਤੇ ਫਿਰ ਉਹ ਕੱਲੇ ਕੱਲੇ ਨੂੰ ਕਰੋੜ ਹੀ ਦੇ ਦਿੰਦੇ, ਲੋਕਾਂ ਦਾ ਫਾਇਦਾ ਹੋ ਜਾਂਦਾ। 20 ਲੱਖ ਕਰੋੜ ਐਲਾਨਣ ਦੀ ਤਾਂ ਕੋਈ ਲੋੜ ਨਹੀਂ ਸੀ। ਬਸ ਫਿਰ ਇਹ ਐਂ ਆ ਨਾ, ਮੈਂ ਫਿਰ ਉਹ ਗੱਲ ਕਹਿਣਾ ਵੀ ਜਿਹੜਾ ਇਹ ਐਲਾਨ ਕੀਤਾ ਨਾ ਜੀ, ਇਸ ਐਲਾਨ ਦੇ ਵਿੱਚੋਂ ਗਰੀਬਾਂ ਨੂੰ ਲੱਭਣਾ ਕੁਛ ਨਹੀਂ। ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਊਗੀ ਜੇ ਮੈਂ ਝੂਠਾ ਪੈ ਜਾ। ਬਿਲਕੁਲ ਸਹੀ ਗੱਲ। ਮੈਨੂੰ ਇਸ ਗੱਲ ਦੀ ਤਸੱਲੀ ਹੋਊਗੀ ਜੇ ਮੈਂ ਛਿੱਥਾ ਪੈ ਜਾ। ਪਰ ਮੈਨੂੰ ਨਾ ਟਾਣਾ ਸਾਹਿਬ ਇੱਕ ਚੀਜ਼ ਸਮਝ ਨਹੀਂ ਆਈ ਆ, ਹਲੇ 20 ਲੱਖ ਕਰੋੜ ਦੀਆਂ ਗੱਲਾਂ ਚੱਲੀਆਂ ਸੀ, ਪਹਿਲੀ ਕਿਸ਼ਤ ਜਾਰੀ, ਦੂਜੀ ਜਾਰੀ, ਤੀਜੀ, ਚੌਥੀ, ਪਤਾ ਨਹੀਂ ਕੀ ਹੋਈ ਜਾਂਦਾ, ਬਿਆਨਬਾਜ਼ੀਆਂ ਨਵੀਆਂ ਸਾਹਮਣੇ ਆਉਂਦੀਆਂ ਨੇ ਤੇ ਮਿਲਿਆ ਕਿਸੇ ਨੂੰ ਕੱਖ ਵੀ ਨਹੀਂ। ਮੈਂ ਫਿਰ ਉਹ ਗੱਲ ਕਹਿਣਾ ਵੀ ਜੇਕਰ ਜੋ ਗੱਲਾਂ ਕਹੀਆਂ ਗਈਆਂ ਭਾਰਤ ਦੀ ਸਰਕਾਰ ਦੇ ਵੱਲੋਂ, ਉਹ ਗੱਲਾਂ ਕਰਨ ਕਰਕੇ ਤੇ ਗਰੀਬਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਜੇ, ਰਿਕਸ਼ਾ ਚਾਲਕ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਵੇ, ਪੈੜ ਤੇ ਖੜੇ ਮਜ਼ਦੂਰ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਵੇ, ਕਿਸਾਨ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਵੇ, ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋਵੇ, ਛੋਟੇ ਕਾਰੋਬਾਰੀ ਉੱਪਰ ਨੂੰ ਆ ਜਾਣ, ਵੱਡੇ ਕਾਰੋਬਾਰੀ ਉੱਪਰ ਨੂੰ ਆ ਜਾਣ, ਹਰ ਬੰਦਾ ਖੁਸ਼ਹਾਲ ਹੋ ਜੇ, ਫਿਰ ਤਾਂ ਕਵਾਂਗੇ ਵੀ ਠੀਕ ਆ। ਫਿਰ ਮੈਂ ਕਹੂੰਗਾ ਵੀ ਜੋ ਮੈਂ ਇੱਥੇ ਕਿਹਾ ਮੈਂ ਬਿਲਕੁਲ ਝੂਠਾ ਸੀ, ਮੈਂ ਮੰਗਦਾ ਮਾਫੀ। ਬਿਲਕੁਲ ਸਹੀ, ਮੈਂ ਵੀ ਨਾਲ ਮੰਗੂਗੀ, ਤੁਸੀਂ ਵੀ ਮੰਗਿਓ। ਪਰ ਦੂਜੀ ਗੱਲ ਇਹ ਹੈ ਵੀ ਸਾਡਾ ਅੰਦਾਜ਼ਾ ਵੀ ਇਹ ਗੱਲਾਂ ਹੀ ਆ। ਬਿਲਕੁਲ। ਤੇ ਸਾਨੂੰ ਝੂਠੇ ਪੈਣ ਦੇ ਵਿੱਚ ਕੋਈ ਸ਼ਰਮਿੰਦਗੀ ਨਹੀਂ, ਸਾਨੂੰ ਝੂਠੇ ਪਾ ਦੇਵੇ ਕੇਂਦਰ ਦੀ ਸਰਕਾਰ, ਸਾਨੂੰ ਖੁਸ਼ੀ ਹੋਊਗੀ। ਬਿਲਕੁਲ ਸਹੀ ਗੱਲ ਹੈ, ਅਸੀਂ ਝੂਠੇ ਪੈਣ ਨੂੰ ਤਿਆਰ ਬੈਠੇ ਹਾਂ। ਸੋ ਹੁਣ ਆਪਾਂ ਗੱਲ ਕਰਦੇ ਹਾਂ ਭਗਵੰਤ ਮਾਨ ਹੋਰਾਂ ਦੀ। ਭਗਵੰਤ ਮਾਨ ਨੇ ਕੋਕੇ ਜੜਤੇ। ਭਗਵੰਤ ਮਾਨ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਆ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਮੂਹਰੇ ਸਵਾਲ ਕੀਤੇ ਆ। ਉਹ ਕਹਿੰਦੇ ਵੀ ਤੁਸੀਂ ਠੇਕੇ ਤਾਂ ਖੋਲਤੇ, ਉਦੋਂ ਤਾਂ ਕੋਈ ਬਿਮਾਰੀ ਨਹੀਂ ਲੱਗਦੀ ਕਿਸੇ ਨੂੰ, ਭਾਵੇਂ ਮੋਢਿਆਂ ਦੇ ਉੱਤੇ ਬੰਦਾ ਚੜਿਆ ਰਹੇ ਕੋਈ ਫਿਕਰ ਨਹੀਂਗਾ, ਪਰ ਤੁਸੀਂ ਜਿਮ ਖੋਲਦੇ ਨਹੀਂ। ਜਿਮ ਖੋਲਣ ਵੇਲੇ ਕਹਿੰਦੇ ਆ ਵੀ ਨਹੀਂ, ਏਦਾਂ ਕਰੋਨਾ ਵਾਇਰਸ ਦੀ ਲਾਗ ਅੱਗੇ ਵੱਧ ਜਾਣੀ ਆ, ਤੇ ਠੇਕੇ ਖੋਲਣ ਦੇ ਵੇਲੇ ਕੁਛ ਨਹੀਂ ਅੱਗੇ ਵੱਧਦਾ। ਉਹਨਾਂ ਨੇ ਇਹ ਸਵਾਲ ਕੀਤਾ ਵੀ ਇਹਦਾ ਮਤਲਬ ਇੱਕੋ ਹੀ ਆ ਵੀ ਆਪਾਂ ਲੋਕਾਂ ਨੂੰ ਨਸ਼ੇ ਦੇ ਉੱਤੇ ਲਾ ਕੇ ਤੇ ਤੰਦਰੁਸਤੀ ਤੋਂ ਪਰੇ ਕਰਨਾ ਚਾਹੁੰਦੇ ਆ, ਆਪਾਂ ਆਪਣੇ ਸੂਬੇ ਦੀ ਜਵਾਨੀ ਨੂੰ ਸਹੀ ਤਰੀਕੇ ਦੇ ਨਾਲ ਅੱਗੇ ਵਧਣ ਨਹੀਂ ਦੇਣਾ ਚਾਹੁੰਦੇ। ਇਹੋ ਜਿਹੇ ਸਵਾਲ ਉਹਨਾਂ ਨੇ ਕੀ ਕੀਤੇ ਆ। ਦੇਖੋ ਸਵਾਲ ਸਾਰੇ ਸਹੀ ਨੇ ਟਾਣਾ ਸਾਹਿਬ, ਇਹ ਇਕੱਲੇ ਭਗਵੰਤ ਮਾਨ ਨਹੀਂ, ਇਹ ਪ੍ਰਗਟ ਸਿੰਘ ਹੋਰੀ ਵੀ ਇਹੀ ਸਵਾਲ ਚੁੱਕਦੇ ਨੇ ਵੀ ਤੁਸੀਂ ਇਸ ਵੇਲੇ ਜੋ ਕੁਝ ਕਰ ਰਹੇ ਹੋ ਇਹ ਬਿਲਕੁਲ ਠੀਕ ਨਹੀਂ ਹੈਗਾ। ਔਰ ਇਸ ਦੌਰ ਦੇ ਵਿੱਚ ਜੇਕਰ ਬੇਅਦਬੀ ਦੀ ਗੱਲ ਆਪਾਂ ਕਰੀਏ, ਜੇ ਨਸ਼ਿਆਂ ਦੀ ਗੱਲ ਕਰੀਏ ਜਾਂ ਹੋਰ ਮੁੱਦਿਆਂ ਦੀ ਗੱਲ ਕਰੀਏ, ਤਾਂ ਇਹ ਮੁੱਦੇ ਖਤਮ ਨਹੀਂ ਹੋਏ। ਇਹਨਾਂ ਮੁੱਦਿਆਂ ਦੇ ਉੱਪਰ ਜ਼ਰੂਰ ਕੋਈ ਦੂਜਾ ਮੁੱਦਾ ਭਾਰੂ ਪੈ ਗਿਆ, ਪਰ ਇਹ ਮੁੱਦੇ ਵੀ ਜਿਉਂਦੇ ਤਿਉਂ ਖੜੇ ਨੇ, ਜਿਹਦੇ ਬਾਬਤ ਸਰਕਾਰ ਨੂੰ ਜ਼ਰੂਰ ਕੁਝ ਸੋਚਣਾ ਤੇ ਕਰਨਾ ਚਾਹੀਦਾ। ਔਰ ਉਹ ਸੱਚ ਵੀ ਹੈ,
है ना। ਅਸੀਂ ਹਮੇਸ਼ਾ ਮੈਂ ਆਪਾਂ ਕਹਿੰਦੇ ਹੁੰਦੇ ਆ ਵੀ ਲੋਕਾਂ ਦੇ ਵਿੱਚ ਨਾ ਯਾਦ ਸ਼ਕਤੀ ਜਿਹੜੀ ਉਹ ਬਹੁਤ ਥੋੜੀ ਹੈ, ਅਸੀਂ ਬਾਕੀ ਚੀਜ਼ਾਂ ਭੁੱਲ ਜਾਂਦੇ ਆ ਬਹੁਤ ਜਲਦੀ, ਪਰ ਇਹ ਭੁੱਲਣੀਆਂ ਨਹੀਂ ਚਾਹੀਦੀਆਂ। ਸਰਕਾਰਾਂ ਚਾਹੁੰਦੀਆਂ ਨੇ ਵੀ ਅਸੀਂ ਭੁੱਲੀਏ, ਪਰ ਇਹ ਭੁੱਲਣੀਆਂ ਨਹੀਂ ਚਾਹੀਦੀਆਂ, ਕਿਉਂਕਿ ਮੁੱਦੇ ਜਿਉਂਦੇ ਤਿਉਂ ਸਾਰੇ ਦੇ ਸਾਰੇ ਉਦਾਂ ਹੀ ਖੜੇ ਨੇ। ਮੈਨੂੰ ਤਾਂ ਹਰਮਨ ਜੀ ਇਉਂ ਲੱਗਦਾ ਵੀ ਹੁਣ ਜੋ ਸਕੂਲਾਂ ਦੀਆਂ ਕੰਧਾਂ ਦੇ ਉੱਤੇ ਲਿਖਿਆ ਹੁੰਦਾ ਨਾ, ਪਾਪਾ ਜੀ ਨਾ ਪੀਓ ਸ਼ਰਾਬ ਤੇ ਮੈਨੂੰ ਲੈ ਦਿਓ ਇੱਕ ਕਿਤਾਬ, ਮਿਟਾ ਦਿਓ, ਉਹ ਮਿਟਾ ਦੇਣੀਆਂ ਚਾਹੀਦੀਆਂ। ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਇੱਕ ਹਦਾਇਤ ਜਾਰੀ ਕੀਤੀ ਸੀ ਸਾਰੇ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ, ਇਹ ਗੱਲ ਕਹੀ ਜੀ ਕਿ ਤੁਸੀਂ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਕੱਲਾ ਕੱਲਾ ਠੇਕਾ ਖੁਲਵਾਉਣਾ, ਜੇ ਕੋਈ ਠੇਕਾ ਨਾ ਖੋਲੇ ਤਾਂ ਸਖਤੀ ਨਾਲ ਨਜਿੱਠੋ। ਟੈਣਾ ਸਾਹਿਬ ਹਾਲੇ ਤਾਂ ਠੇਕਾ ਖੁੱਲਣ ਤੱਕ ਹੈ, ਮੈਨੂੰ ਲੱਗਦਾ ਹੌਲੀ ਹੌਲੀ ਹਾਲਾਤ ਇਹ ਪੈਦਾ ਹੋ ਜਾਣੇ ਨੇ। ਇਹਨਾਂ ਨੇ ਕਹਿਣਾ ਹੈ ਕਿ ਜੇ ਕੋਈ ਸ਼ਰਾਬ ਨਾ ਪੀਏ ਤਾਂ ਉਹਨੂੰ ਡਾਂਗਾ ਨਾਲ ਤਾਂ ਉਹਨੂੰ ਢਾ ਕੇ ਪਿਆਓ, ਉਹਦੇ ਮੂੰਹ ਦੇ ਵਿੱਚ ਪਾਓ, ਲੰਮਾ ਪਾ ਲਓ ਉਹਨੂੰ ਤੇ ਉਹਦੇ ਮੂੰਹ ਦੇ ਵਿੱਚ ਇੱਕ ਅਧੀਆ ਡੋਲਣਾ। ਬਿਲਕੁਲ ਸਹੀ ਗੱਲ ਹੈ। ਮੈਨੂੰ ਇਉਂ ਲੱਗਦਾ ਵੀ ਪੰਜਾਬ ਸੂਬੇ ਨੂੰ ਬਚਾਉਣ ਦੇ ਲਈ ਕੋਈ ਨਾ ਕੋਈ ਕੁਰਬਾਨੀ ਜਿਹੜੀ ਉਹ ਸ਼ਰਾਬੀਆਂ ਨੂੰ ਦੇਣੀ ਪੈਣੀ ਹੈ। ਸ਼ਰਾਬੀ ਹੀ ਅੱਗੇ ਆਉਂਦੇ ਆ, ਹੁਣ ਸ਼ਰਾਬੀ ਹੀ ਪੰਜਾਬ ਨੂੰ ਬਚਾ ਰਹੇ ਆ। ਮੈਂ ਤਾਂ ਇਹਨਾਂ ਪਿਆਕੜਾਂ ਦਾ ਧੰਨਵਾਦੀ ਹਾਂ, ਹਾਲਾਂਕਿ ਮੈਂ ਧੰਨਵਾਦੀ ਵਿਅੰਗ ਦੇ ਰੂਪ ਦੇ ਵਿੱਚ ਕਹਿ ਰਿਹਾ, ਕੋਈ ਐਵੇਂ ਨਾ ਕਹਦੇ ਮੇਰੀ ਭਾਵਨਾ ਭੜਕ ਗਈ। ਠੀਕ ਆ ਵੀ ਭਾਈ, ਜੇਕਰ ਇਹ ਸ਼ਰਾਬੀ ਨਾ ਹੋਣ ਤਾਂ ਸਾਡੀ ਤਾਂ ਸਰਕਾਰ ਦੇ ਕੰਮ ਹੀ ਠੱਪ ਹੋ ਜਾਣ। ਸਾਡੀ ਸਰਕਾਰ ਤਾਂ ਖੁਦ ਮੰਨ ਕੇ ਹਟੀ ਆ ਵੀ ਭਾਈ ਜੇਕਰ ਦਾਰੂ ਦੇ ਠੇਕੇ ਨਾ ਖੋਲੇ ਤਾਂ ਅਸੀਂ ਤਨਖਾਹਾਂ ਕਿਵੇਂ ਦੇਣੀਆਂ। ਸੋ ਇਸ ਕਰਕੇ ਭਗਵੰਤ ਮਾਨ ਦਾ ਇਹ ਕਹਿਣਾ ਵੀ ਜਿਮ ਖੋਲੇ ਨਹੀਂ ਜਾ ਰਹੇ, ਹੋਰ ਜਿਹੜੀਆਂ ਕਸਰਤ ਵਾਲੀਆਂ ਥਾਵਾਂ ਖੋਲੀਆਂ ਨਹੀਂ ਜਾ ਰਹੀਆਂ, ਸਕੂਲ ਕਾਲਜ ਆਪਾਂ ਹਾਲੇ ਖੋਲਣੇ ਨਹੀਂ, ਯੂਨੀਵਰਸਿਟੀਆਂ ਆਪਾਂ ਬੰਦ ਰੱਖਣੀਆਂ, ਪਰ ਪੰਜਾਬ ਦੇ ਵਿੱਚ ਠੇਕੇ ਖੋਲਣ ਦੇ ਉੱਤੇ ਜਿੰਨਾ ਜ਼ੋਰ ਦਿੱਤਾ, ਜੇਕਰ ਬਾਕੀ ਚੱਜ ਦੀਆਂ ਥਾਵਾਂ ਦੇ ਉੱਤੇ ਵੀ ਨਾ ਜ਼ੋਰ ਦਿੱਤਾ ਹੁੰਦਾ, ਕਿੰਨੀ ਚੰਗੀ ਗੱਲ ਹੁੰਦੀ। ਬਿਲਕੁਲ ਸਹੀ ਗੱਲ ਹੈ। ਤੇ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ, ਮਨਮੀਤ ਗਰੇਵਾਲ ਦੀ ਗੱਲ ਕਰਦੇ ਹਾਂ। ਬੜਾ ਦੁੱਖ ਹੋਇਆ ਹਰਮਨ ਜੀ, ਹੁਣ ਤੱਕ ਭਾਰਤ ਦੇ ਵਿੱਚ 400 ਦੇ ਕਰੀਬ ਲੋਕ ਇਹੋ ਜਿਹੇ ਆ ਜਿਹੜੇ ਖੁਦਕੁਸ਼ੀ ਕਰ ਗਏ, ਜਾਂ ਜਿਹੜੇ ਪੈਦਲ ਸਫ਼ਰ ਕਰਦੇ ਸੀ ਲੋਕਡਾਊਨ ਦੇ ਵਿੱਚ ਉਹ ਸੜਕ ਹਾਦਸੇ ਦਾ ਜਾਂ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ, ਕਿਸੇ ਕੋਈ ਭੁੱਖਮਰੀ ਦੇ ਕਰਕੇ ਮਰ ਗਿਆ। ਇਹੋ ਜਿਹੀਆਂ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਤੇ ਦੁੱਖ ਹੁੰਦਾ। ਇਹਨਾਂ ਲੋਕਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਛੱਡਦਾ। ਇਹਨਾਂ ਲੋਕਾਂ ਦੇ ਬਾਬਤ ਇੱਕ ਖਬਰ ਆਈ ਤੇ ਗੱਲ ਖਤਮ। ਇਹ ਜਿਹੜਾ ਮਨਮੀਤ ਗਰੇਵਾਲ ਨਾਂ ਦਾ ਮੁੰਡਾ ਜਿਹਦੇ ਬਾਬਤ ਤੁਸੀਂ ਪੁੱਛਿਆ, ਇਹ ਅਸਲ ਦੇ ਵਿੱਚ ਮੁੰਬਈ ਦੇ ਵਿੱਚ ਇੱਕ ਫਲੈਟ ਦੇ ਵਿੱਚ ਆਪਦੀ ਵਹੁਟੀ ਨਾਲ ਰਹਿੰਦਾ ਸੀ ਤੇ ਇਹਦਾ ਕੰਮਕਾਜ ਹੁਣ ਬੰਦ ਹੋ ਗਿਆ। ਇਹਨੇ ਕਈ ਸੀਰੀਅਲਾਂ ਦੇ ਵਿੱਚ, ਨਾਟਕਾਂ ਦੇ ਵਿੱਚ ਛੋਟੇ ਛੋਟੇ ਕਿਰਦਾਰ ਨਿਭਾਏ ਆ। ਇਹਨੇ ਕਈ ਵੈਬ ਸੀਰੀਜ਼ ਦੇ ਵਿੱਚ ਕੰਮ ਕੀਤਾ। ਇਹਦੀਆਂ ਕੁਝ ਕਲਾਕਾਰਾਂ ਦੇ ਨਾਲ ਫੋਟੋਆਂ ਵੀ ਵਾਇਰਲ ਹੋਈਆਂ ਮੌਤ ਤੋਂ ਬਾਅਦ। ਸੋ ਇਹਨੂੰ ਜਦੋਂ ਹੁਣ ਕੰਮਕਾਜ ਕੋਈ ਮਿਲਦਾ ਨਹੀਂ ਸੀਗਾ ਤੇ ਇਹਦੇ ਉੱਤੇ ਕਰਜ਼ਾ ਵਧੀ ਜਾਂਦਾ ਸੀ, ਫਲੈਟ ਦਾ ਕਿਰਾਇਆ ਦੇਣ ਜੋਗੇ ਵੀ ਪੈਸੇ ਹੈ ਨਹੀਂ, ਤਾਂ ਇਹਨੇ ਜੀ ਘਰ ਦੇ ਵਿੱਚ ਪੱਖੇ ਦੇ ਨਾਲ ਫਾਹਾ ਲੈ ਲਿਆ ਤੇ ਖੁਦਕੁਸ਼ੀ ਕਰ ਲਈ। ਹੋਰ ਅਗਲੀ ਦੁੱਖ ਦੀ ਗੱਲ ਇਹ ਆ ਵੀ ਇਹਦੀ ਵਹੁਟੀ ਨੇ ਜਾ ਕੇ ਇਹਦੀਆਂ ਲੱਤਾਂ ਫੜ ਲਈਆਂ, ਲੱਤਾਂ ਫੜ ਕੇ ਤਾਂ ਉਹਨੇ ਚੱਕਿਆ ਵੀ ਇਹਦੀ ਜਿਹੜੀ ਸਾਹ ਰਾਗਾ ਘੁੱਟੀ ਨਾ ਜਾਵੇ। ਲੋਕ ਆਲੇ ਦੁਆਲੇ ਰੌਲਾ ਪੈਣ ਕਰਕੇ ਸਾਰੇ ਇਕੱਠੇ ਹੋ ਗਏ, ਪਰ ਸਾਰੇ ਜਣੇ ਮੋਬਾਈਲ ਦੇ ਉੱਤੇ ਵੀਡੀਓ ਬਣਾਈ ਗਏ ਐਂ ਕਰਕੇ। ਕੋਈ ਮਾਂ ਦਾ ਪੁੱਤ ਇਹੋ ਜਿਹਾ ਨਹੀਂ ਆਇਆਗਾ ਵੀ ਜਿਹੜਾ ਉੱਤੋਂ ਰੱਸਾ ਵੱਢ ਦੇਵੇ। ਸਾਰੇ ਕਹਿੰਦੇ ਵੀ ਅਸੀਂ ਨੇੜੇ ਨਹੀਂ ਹੋਣਾ, ਕਰੋਨਾ ਦਾ ਕਹਿਰ ਬਹੁਤ ਆ। ਉਹ ਤਾਂ ਕਈ ਘੰਟਿਆਂ ਬਾਅਦ ਉੱਥੇ ਜਿਹੜਾ ਉਹ ਉਹਨਾਂ ਫਲੈਟਾਂ ਦਾ ਚੌਕੀਦਾਰ ਆ, ਉਹਨੇ ਆ ਕੇ ਰੱਸਾ ਵੱਢਿਆ ਚਾਕੂ ਦੇ ਨਾਲ, ਪਰ ਜੇਕਰ ਵੇਲੇ ਸਿਰ ਉੱਥੇ ਹਾਜ਼ਰ ਹੋਏ ਲੋਕ ਰੱਸਾ ਵੱਢ ਦਿੰਦੇ, ਜੇਕਰ ਉਹ ਤਮਾਸ਼ਬੀ ਨਾ ਹੁੰਦੇ, ਸ਼ਾਇਦ ਇਸ ਮੁੰਡੇ ਦੀ ਜ਼ਿੰਦਗੀ ਬਚ ਜਾਂਦੀ। ਪਰ ਅਸੀਂ ਟਾਣਾ ਸਾਹਿਬ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਲੋਕ ਵੀਡੀਓ ਬਣਾਉਂਦੇ ਰਹੇ ਤਾਂ ਅਗਲਾ ਬੰਦਾ ਤੜਫਦਾ ਰਿਹਾ। ਇਹੋ ਜਿਹੀਆਂ ਕਿੰਨੀਆਂ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ। ਪਰ ਉਹ ਗੱਲ ਵਾਕਈ ਸਹੀ ਆ ਵੀ ਤਾਂ ਇਕੱਲੇ ਬੁੱਤ ਤੁਰੇ ਫਿਰਦੇ ਨੇ। ਇਨਸਾਨੀਅਤ, ਆਤਮਾ ਸਾਡੇ ਅੰਦਰੋਂ ਮਰ ਚੁੱਕੀ ਹੈ ਕਦੋਂ ਦੀ, ਅਸੀਂ ਇਹ ਸੋਚ ਕੇ ਹੀ ਰਾਜ਼ੀ ਨਹੀਂ ਹੈਗੇ। ਬਿਲਕੁਲ ਸਹੀ। ਹਰਮਨ ਜੀ, ਪੰਜਾਬ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨੇ ਹਦਾਇਤਾਂ ਕੁਝ ਕੁ ਜਾਰੀ ਕੀਤੀਆਂ ਵੀ ਬੇਸ਼ੱਕ ਭਾਰਤ ਦੇ ਵਿੱਚ ਹੁਣ ਤਾਲਾਬੰਦੀ ਵਧਾ ਦਿੱਤੀ ਗਈ ਹੈ, ਪੰਜਾਬ ਦੇ ਵਿੱਚੋਂ ਕਰਫਿਊ ਜਿਹੜਾ ਖਤਮ ਕਰ ਦਿੱਤਾ ਗਿਆ, ਕਈ ਥਾਵਾਂ ਦੇ ਉੱਤੇ ਰਿਆਇਤਾਂ ਦਿੱਤੀਆਂ ਗਈਆਂ ਵੀ ਪਰ ਧਾਰਮਿਕ ਥਾਵਾਂ ਦੇ ਉੱਤੇ ਭੀੜ ਨਾ ਹੋਵੇ, ਸੰਗਤ ਬਹੁਤੀ ਨਾ ਪਹੁੰਚੇ, ਸ਼ਰਧਾਲੂ ਬਹੁਤੇ ਨਾ ਪਹੁੰਚਣ। ਜੇਕਰ ਪਹੁੰਚਦੇ ਰਹੇ ਤਾਂ ਕਰੋਨਾ ਦੀ ਲਾਗ ਵੱਧ ਸਕਦੀ ਹੈ ਤੇ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਵੀ ਕਿਸੇ ਵੀ ਧਾਰਮਿਕ ਥਾਂ ਦੇ ਉੱਤੇ ਲੋਕਾਂ ਦਾ ਇਕੱਠ ਨਾ ਹੋਵੇ। ਪਰ ਇਸ ਦੇ ਬਾਵਜੂਦ ਭਾਰਤ ਦੇ ਬਹੁਤ ਸਾਰੀਆਂ ਧਾਰਮਿਕ ਥਾਵਾਂ ਦੇ ਵਿੱਚ ਲਗਾਤਾਰ ਇਕੱਠ ਹੋ ਰਿਹਾ। ਭਾਰਤ ਦੇ ਨਾਲ ਨਾਲ ਜੇ ਇਕੱਲੇ ਪੰਜਾਬ ਦੀ ਗੱਲ ਕਰਦੇ ਤਾਂ ਅੰਮ੍ਰਿਤਸਰ ਦੇ ਵਿੱਚ ਭੱਦਰਕਾਲੀ ਮਾਤਾ ਦਾ ਮੰਦਿਰ ਹੈ ਜਿਹੜਾ, ਉੱਥੇ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਸਾਲਾਨਾ ਮੇਲਾ ਲੱਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਗਏ ਤੇ ਭਾਜੜਾਂ ਪੈ ਗਈਆਂ ਪ੍ਰਬੰਧਕੀ ਕਮੇਟੀ ਨੂੰ ਵੀ ਤੇ ਪੁਲਿਸ ਨੂੰ ਵੀ ਅਸੀਂ ਲੋਕਾਂ ਨੂੰ ਕਾਬੂ ਕਿਵੇਂ ਕਰੀਏ ਤੇ ਜੇ ਕੋਈ ਸਮੱਸਿਆ ਆ ਗਈ ਤਾਂ ਅਸੀਂ ਕਿਵੇਂ ਜਵਾਬ ਦੇਵਾਂਗੇ। ਲੋਕ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕਰਦੇ, ਲੋਕਾਂ ਨੂੰ ਧਰਮ ਦਾ ਫਿਕਰ ਆ, ਆਪਣੀ ਜ਼ਿੰਦਗੀ ਦਾ ਫਿਕਰ ਨਹੀਂ ਆ। ਪਤਾ ਨਹੀਂ ਕਿਉਂ ਇਸ ਗੱਲ ਦਾ ਬੜਾ ਦੁੱਖ ਆ। ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਇਹ ਕੁਝ ਹੋ ਨਹੀਂ ਰਿਹਾ ਜਿਵੇਂ ਭਾਰਤ 'ਚ ਹੋ ਰਿਹਾ। ਜੇ ਅਸੀਂ ਕਿਸੇ ਇੱਕ ਧਰਮ ਦੀ ਗੱਲ ਕਰਾਂਗੇ ਨਾ ਤਾਂ ਦੂਜਾ ਜਣਾ ਵਿੱਚ ਟੁੱਚਰ ਡਾ ਦਿੰਦਾ, ਤੁਹਾਡੇ ਵਾਲੇ ਪਾਸੇ ਕਿਹੜਾ ਹੈ ਨਹੀਂ, ਉਧਰ ਦੀ ਗੱਲ ਕਰਕੇ ਤੀਜੇ ਵਾਲੇ ਪਾਸੇ ਕਿਹੜਾ ਹੈ ਨਹੀਂ ਉਹਦੀ ਗੱਲ ਕਰੋ। ਦਰਬਾਰ ਸਾਹਿਬ ਦੇ ਵਿੱਚ ਵੀ 56 ਦਿਨਾਂ ਬਾਅਦ ਐਤਵਾਰ ਨੂੰ ਬੜਾ ਵੱਡਾ ਇਕੱਠ ਦੇਖਣ ਨੂੰ ਮਿਲਿਆ। 15-16 ਹਜ਼ਾਰ ਲੋਕ ਆ ਜਿਹੜੇ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਏ ਆ। ਸੋ ਜੇਕਰ ਉੱਥੇ ਵੀ ਇਦਾਂ ਲਾਗ ਲੱਗ ਜਾਂਦੀ ਕਰੋਨਾ ਦੀ ਤਾਂ ਫਿਰ ਵੀ ਬਹੁਤ ਵੱਡਾ ਨੁਕਸਾਨ ਆ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਪਰ ਪਹਿਲਾਂ ਜ਼ਿੰਦਗੀ ਦਾ ਸਤਿਕਾਰ ਹੋਣਾ ਚਾਹੀਦਾ। ਜਦੋਂ ਕਿਤੇ ਇਦਾਂ ਦੀ ਕੋਈ ਖਬਰ ਆਉਂਦੀ ਹੈ ਨਾ ਵੀ ਫਲਾਣੇ ਧਾਰਮਿਕ ਸਥਾਨ ਦੇ ਉੱਪਰ ਕਰੋਨਾ ਦੇ ਮਰੀਜ਼ ਜਿਹੜੇ ਉਹ ਵੱਧ ਗਏ ਜਾਂ ਫਲਾਣੇ ਧਾਰਮਿਕ ਸਥਾਨ ਤੇ ਐ ਹੋ ਗਿਆ, ਫਿਰ ਅਸੀਂ ਕਹਿੰਦੇ ਆ ਵੀ
ਕਿਸੇ ਵੀ ਧਰਮ ਦੀ ਨਖੇਦੀ ਨਾ ਕਰੋ, ਤੁਸੀਂ ਧਾਰਮਿਕ ਸਥਾਨਾਂ ਨੂੰ ਭੰਡਦੇ ਹੋ ਹਨਾ, ਪਰ ਧਾਰਮਿਕ ਸਥਾਨ ਨਹੀਂ ਮਾੜੇ ਹੈਗੇ। ਅਸਲ ਦੇ ਵਿੱਚ ਸਾਨੂੰ ਲੋਕਾਂ ਨੂੰ ਸਿਰ ਤੋਂ ਕੰਮ ਲੈਣ ਦੀ ਲੋੜ ਆ ਕਿ ਜੇਕਰ ਇਹ ਬਿਮਾਰੀ ਵਿਗਿਆਨੀ ਇਹ ਕਹਿੰਦੇ ਨੇ ਵੀ ਕਿਸੇ ਨੂੰ ਛੂਹਣ ਦੇ ਨਾਲ, ਕਿਸੇ ਦੇ ਲਾਗੇ ਖੜਨ ਦੇ ਨਾਲ ਵੀ ਫੈਲ ਸਕਦੀ ਹੈ, ਜੇਕਰ ਤੁਸੀਂ ਕਿਸੇ ਪੀੜਤ ਬੰਦੇ ਦੇ ਕੋਲ ਖੜਦੇ ਹੋ ਤਾਂ ਇਹ ਸਾਨੂੰ ਸਮਝਣਾ ਚਾਹੀਦਾ ਵੀ ਉੱਥੇ ਜੇਕਰ ਇਦਾਂ ਦਾ ਕੋਈ ਬੰਦਾ ਆ ਜਾਂਦਾ ਹੈ ਤੇ ਇਹ ਬਿਮਾਰੀ ਕਿੰਨੇ ਵੱਡੇ ਪੱਧਰ ਦੇ ਉੱਪਰ ਫੈਲੂਗੀ, ਕਿਉਂਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹਾਲੇ ਤੱਕ ਇਸ ਬਿਮਾਰੀ ਦੇ ਉੱਪਰ ਕਾਬੂ ਨਹੀਂ ਪਾਇਆ ਗਿਆ, ਹਾਲੇ ਤੱਕ ਸੁਖਾਵੀਆਂ ਖਬਰਾਂ ਨਹੀਂ ਆਈਆਂ। ਹਾਂ ਉਹ ਗੱਲ ਵੱਖਰੀ ਕਿ ਰੋਜ਼ ਇਹ ਕਹਿ ਦਿੰਦੇ ਨੇ ਵੀ ਇੰਨੇ ਕੇਸ ਘਟ ਗਏ, ਇੰਨੇ ਆਏ ਨਹੀਂ, ਇਹ ਉਹ, ਪਰ ਹਾਲੇ ਤੱਕ ਜਿਹੜੀ ਬਿਮਾਰੀ ਨੂੰ ਠੱਲ ਨਹੀਂ ਪਈ ਹੈਗੀ। ਤਾਂ ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਵੀ ਅਸੀਂ ਹਾਲੇ ਜਿੱਥੇ ਇੰਨੇ ਸਮਾਂ ਜਿਹੜਾ ਉਹ ਘਰੇ ਬਹਿ ਕੇ ਕੱਢ ਲਿਆ ਤੇ 2 ਮਹੀਨੇ ਜੇ ਹੋਰ ਕੱਢ ਲਾਂਗੇ ਤਾਂ ਕੁਝ ਨਹੀਂ ਹੋ ਸਕਦਾ। ਜੇ ਮੰਦਿਰ ਦੇ ਵਿੱਚ ਇਕੱਠ ਕਰਾਂਗੇ ਤਾਂ ਵੀ ਨੁਕਸਾਨ ਹੋ ਸਕਦਾ, ਗੁਰਦੁਆਰੇ 'ਚ ਕਰਾਂਗੇ ਤਾਂ ਵੀ ਹੋਣਾ, ਜੇ ਕਿਸੇ ਮਰਗ ਤੇ ਕਰਾਂਗੇ ਤਾਂ ਵੀ ਹੋਣਾ, ਤੇ ਜੇ ਕਿਸੇ ਵਿਆਹ ਤੇ ਕਰਾਂਗੇ ਤਾਂ ਵੀ ਹੋਣਾ, ਡੇਰੇ 'ਚ ਕਰਾਂਗੇ ਤਾਂ ਵੀ ਹੋਣਾ, ਗਿਰਜਾ ਘਰ 'ਚ ਕਰਾਂਗੇ ਤਾਂ ਵੀ ਹੋਣਾ। ਇਸ ਕਰਕੇ ਇਕੱਠ ਕਰਨ ਤੋਂ ਬਚਣਾ, ਪਰ ਅਸੀਂ ਨਹੀਂ ਮੰਨ ਕੇ ਰਾਜ਼ੀ। ਸਾਨੂੰ ਆਪਣੇ ਧਰਮ ਗ੍ਰੰਥਾਂ ਦੇ ਉੱਤੇ ਵੀ ਯਕੀਨ ਰੱਖਣਾ ਚਾਹੀਦਾ, ਪਰ ਜੋ ਪ੍ਰਸਥਿਤੀਆਂ ਬਣੀਆਂ ਉਹਨਾਂ ਨੂੰ ਮੁੱਖ ਰੱਖਦਿਆਂ ਸਾਨੂੰ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਰਬਾਰ ਸਾਹਿਬ ਦੇ ਮੈਨੇਜਰ ਨੇ ਤਾਂ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਪੁਲਿਸ ਦਾ ਕੰਮ ਆ, ਲੋਕਾਂ ਨੂੰ ਰੋਕਣਾ ਸਾਡਾ ਕੰਮ ਥੋੜੀ ਆ, ਅਸੀਂ ਤਾਂ ਸੈਨੀਟਾਈਜ਼ਰ ਥਾਂ ਥਾਂ ਤੇ ਲਾਤੇ ਆ, ਜੇ ਸੰਗਤ ਆਉਂਦੀ ਆ ਤਾਂ ਫਿਰ ਭਾਈ ਆਉਣ ਦਿਓ। ਪਰ ਅਗਲੀ ਗੱਲ ਇਹ ਆ ਵੀ ਵੱਖ-ਵੱਖ ਧਾਰਮਿਕ ਥਾਵਾਂ ਨੂੰ ਚੜਾਵੇ ਦੀ ਬੜੀ ਲੋੜ ਆ, ਕਿਉਂਕਿ ਸੰਗਤ ਨਾ ਜਾਊਗੀ ਤਾਂ ਗੋਲਕਾਂ ਦੇ ਵਿੱਚ ਪੈਂਦਾ ਕੁਛ ਨਹੀਂਗਾ। ਪਰ ਲੋਕਾਂ ਨੇ ਆਪਣੀ ਜ਼ਿੰਦਗੀ ਦਾ ਖਿਆਲ ਰੱਖਣਾ, ਆਪਦੀ ਜ਼ਿੰਦਗੀ ਬਚਾਓ, ਆਪਦੇ ਟੱਬਰ ਦੀ ਬਚਾਓ, ਫਿਰ ਤੁਸੀਂ ਧਰਮ ਨੂੰ ਸਲਾਮਤ ਰੱਖ ਸਕਦੇ ਆ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਧਾਰਮਿਕ ਸਥਾਨਾਂ ਦੇ ਉੱਪਰ ਜਿਹੜਾ ਸੋਨਾ ਹੈ ਜਾਂ ਧਾਰਮਿਕ ਸਥਾਨਾਂ ਵਿੱਚ ਜਿਹੜਾ ਸੋਨਾ ਜਮਾ ਹੈ, ਉਹਨੂੰ ਲੈ ਕੇ ਹੁਣ ਬਹੁਤ ਵਿਵਾਦ ਛਿੜ ਗਿਆ। ਇੱਕ ਵੇਲੇ ਆਪਾਂ ਵੀ ਇਹਦੇ ਉੱਤੇ ਟਿੱਪਣੀ ਕੀਤੀ ਸੀ ਤੇ ਉਦੋਂ ਜਿਹੜੀ ਆਪਣੀ ਸੇਵਾ ਹੋਈ ਸੀ ਉਹ ਭੁੱਲ ਗਏ ਤੁਸੀਂ। ਅਸੀਂ ਜੀ ਇੱਕ ਵੇਲੇ ਇਹ ਗੱਲ ਕਹੀ ਸੀ ਕਿ ਵੱਖ-ਵੱਖ ਗੁਰਦੁਆਰਾ ਸਾਹਿਬਾਨ ਆ ਜਿਹੜੇ ਪੰਜਾਬ ਦੇ ਵਿੱਚ, ਤੇ ਉਹਨਾਂ ਦੇ ਉੱਤੇ ਸੋਨਾ ਥੱਪਣ ਦੀ ਲੋੜ ਨਹੀਂ, ਕਿਉਂਕਿ ਕਈ ਥਾਵਾਂ ਦੇ ਉੱਤੇ ਬੋਰਡ ਲੱਗੇ ਹੋਏ ਆ ਕਿ ਇੱਥੇ ਸੋਨੇ ਦੀ ਸੇਵਾ ਦਾ ਕੰਮ ਚੱਲ ਰਿਹਾ ਹੈ, ਮਾਇਆ ਇੱਥੇ ਪਾਓ ਜੀ। ਤੇ ਅਸੀਂ ਇਹ ਗੱਲ ਕਹੀ ਸੀ ਜੀ ਕਿ ਸਿੱਖੀ ਦਾ ਸੋਨੇ ਨਾਲ ਕੋਈ ਸੰਬੰਧ ਨਹੀਂ, ਸਿੱਖੀ ਦਾ ਸੱਚ ਨਾਲ ਤੇ ਸਿਧਾਂਤ ਦੇ ਨਾਲ ਤਾਲੁਕ ਆ। ਇਸ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਦੇ ਮੁਤਾਬਕ ਜ਼ਿੰਦਗੀ ਬਸਰ ਕਰੀਏ, ਮਨੁੱਖਤਾ ਦੇ ਕੰਮ ਆਈਏ। ਬੜੇ ਲੋਕਾਂ ਨੇ ਸਾਨੂੰ ਗਾਲਾਂ ਵੀ ਕੱਢੀਆਂ, ਕਈਆਂ ਨੇ ਇਹ ਗੱਲ ਦੇ ਨਾਲ ਸਹਿਮਤੀ ਵੀ ਪ੍ਰਗਟਾਈ। ਕਈ ਕਹਿੰਦੇ ਜੀ ਫਲਾਣੇ ਮੰਦਿਰ ਦੇ ਵਿੱਚ ਕਿਹੜਾ ਸੋਨਾ ਹੈ ਨਹੀਂ ਤੇ ਤੁਹਾਡੇ ਕੋਲੋਂ ਕਿਹੜਾ ਮੰਗ ਕੇ ਸੋਨਾ ਲਾਇਆ, ਐਂ ਕੀਤਾ। ਮਤਲਬ ਲੋਕ ਆ ਜਿਹੜੇ ਉਹ ਬਿਲਕੁਲ ਮੰਨ ਕੇ ਰਾਜ਼ੀ ਨਹੀਂ। ਅੱਜ ਤੁਸੀਂ ਕਹੋ ਵੀ ਭਾਈ ਫਲਾਣੇ ਧਰਮ ਸਥਾਨ ਦੇ ਵਿੱਚ ਪੱਥਰਾਂ ਦੇ ਉੱਤੇ ਦੁੱਧ ਪਾਉਂਦੇ ਆ ਤੇ ਉਧਰਲੇ ਕਹਿਣ ਲੱਗ ਜਾਂਦੇ ਜੀ ਕਿ ਫਲਾਣੀ ਥਾਂ ਦੇ ਉੱਤੇ ਕਿਹੜਾ ਫਰਸ਼ ਨੂੰ ਧੋਂਦੇ ਨਹੀਂਗੇ। ਨਹੀਂ, ਗੱਲ ਇਹ ਆ ਟਾਣਾ ਸਾਹਿਬ ਵੀ ਕਿਸੇ ਵੀ ਧਾਰਮਿਕ ਥਾਂ ਦੇ ਉੱਪਰ ਕੋਈ ਵੀ ਕਿਸੇ ਵੀ ਚੀਜ਼ ਦੀ ਵੇਸਟੇਜ ਹੋ ਰਹੀ ਹੋਏ, ਅਸੀਂ ਉਹਦੇ ਵੀ ਖਿਲਾਫ ਆ, ਚਾਹੇ ਉਹ ਕੋਈ ਵੀ ਧਰਮ ਹੋਏ। ਤਾਂ ਜੇਕਰ ਕਿਸੇ ਵੀ ਧਰਮ ਦੇ ਵਿੱਚ ਇਹ ਜਿਹੜਾ ਅਸੀਂ ਚੜਾਵੇ ਦੀ ਗੱਲ ਆਪਾਂ ਕੀਤੀ ਸੀ ਵੀ ਸੋਨਾ ਚੜਾਉਣ ਦੀ ਗੱਲ ਕਿਸੇ ਵੀ ਧਾਰਮਿਕ ਸਥਾਨ ਤੇ ਹੋਵੇ, ਅਸੀਂ ਉਹਦੇ ਵੀ ਖਿਲਾਫ ਆ। ਕੱਲੇ ਦੁੱਧ ਦੀ ਗੱਲ ਨਹੀਂ, ਉਦੋਂ ਅਸੀਂ ਕਹਿ ਦਿੰਦੇ ਜੀ ਕਿ ਸਾਡਾ ਤਾਂ ਦੁੱਧ ਹੁੰਦਾ ਹੀ ਨਹੀਂ ਗਾ, ਅਸੀਂ ਤਾਂ ਕੱਚੀ ਲੱਸੀ ਦੀ ਵਰਤੋਂ ਕਰਦੇ ਆ। ਪਰ ਪਾਣੀ ਦੀ ਵੇਸਟੇਜ, ਪਾਣੀ ਨੂੰ ਵੀ ਵਿਅਰਥ ਗਵਾਉਣਾ, ਇਹ ਵੀ ਇੱਕ ਬਹੁਤ ਵੱਡੀ ਗਲਤੀ ਆ। ਪਾਣੀ ਵੀ ਕੁਦਰਤ ਦਾ ਉਹ ਸੋਮਾ ਜਿਹਨੂੰ ਸੰਭਾਲਣ ਦੇ ਬਾਬਤ ਸਾਨੂੰ ਵੱਖ-ਵੱਖ ਧਰਮਾਂ ਦੇ ਵਿੱਚ ਕਿਹਾ ਗਿਆ। ਅਸੀਂ ਇਹਨਾਂ ਗੱਲਾਂ ਦੇ ਵੱਲ ਧਿਆਨ ਦੇਈਏ, ਅਸੀਂ ਇਹਨਾਂ ਗੱਲਾਂ ਵੱਲ ਖਿਆਲ ਨਹੀਂ ਕਰਦੇ। ਇਸ ਗੱਲ ਦਾ ਦੁੱਖ ਹੈ, ਜਿੱਥੇ 5 ਬਾਲਟੀਆਂ ਨਾਲ ਸਰ ਸਕਦਾ ਅਸੀਂ 500 ਬਾਲਟੀ ਪਾਉਨੇ ਆ। ਸੋ ਇਸ ਗੱਲ ਦੇ ਵੱਲ ਵੀ ਖਿਆਲ ਕਰਕੇ ਸਾਡੇ ਮਨ ਦੇ ਵਿੱਚ ਆਸਥਾ ਜਿਹੜੀ ਉਹ ਹੋਣੀ ਚਾਹੀਦੀ ਆ, ਉਹਦਾ ਵਿਖਾਵਾ ਭਾਵੇਂ ਨਾ ਕਰੀਏ ਜੀ। ਤੇ ਜਿਹੜੀ ਧਾਰਮਿਕ ਸਥਾਨਾਂ ਦੇ ਵਿੱਚ ਸੋਨਾ ਜਮਾ ਹੈ ਉਹਦੇ ਬਾਰੇ ਵਿਵਾਦ ਦੀ ਗੱਲ। ਹਾਂ ਬਿਲਕੁਲ, ਉਹ ਨਾ ਅਸਲ ਦੇ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਆ ਪ੍ਰਿਥਵੀ ਰਾਜ ਚੌਹਾਨ ਜੀ, ਉਹਨਾਂ ਨੇ ਇਹ ਗੱਲ ਕਹਿਤੀ ਜੀ ਕਿ ਇਸ ਵਕਤ ਜਦੋਂ ਕਰੋਨਾ ਦੀ ਮਹਾਮਾਰੀ ਆ ਤਾਂ ਭਾਰਤ ਦੇ ਜਿਹੜੇ ਧਾਰਮਿਕ ਸਥਾਨ ਆ ਹਿੰਦੂ ਭਾਈਚਾਰੇ ਦੇ, ਉਹਨਾਂ ਦਾ ਸੋਨਾ ਜਿਹੜਾ ਉਹ ਭਾਰਤ ਦੀ ਸਰਕਾਰ ਨੂੰ ਲੈ ਕੇ ਤੇ ਲੋਕਾਂ ਦੇ ਕਲਿਆਣ ਤੇ ਲਾਉਣਾ ਚਾਹੀਦਾ। ਮਨਜਿੰਦਰ ਸਿੰਘ ਸਿਰਸਾ ਨੇ ਕਹਿਤਾ ਵੀ ਸਾਰੇ ਧਾਰਮਿਕ ਸਥਾਨਾਂ ਦਾ ਲਾ ਲੈਣਾ ਚਾਹੀਦਾ। ਉਸ ਤੋਂ ਬਾਅਦ ਮਨਜੀਤ ਸਿੰਘ ਜੀਕੇ ਨੇ ਕਿਹਾ ਵੀ ਇਹਨਾਂ ਨੇ ਸਿੱਖ ਭਾਈਚਾਰੇ ਦੀ ਗੱਲ ਉਚੇਚੇ ਤੌਰ ਤੇ ਕੀਤੀ ਹੈ। ਸਿਰਸਾ ਨੇ ਇਹ ਗੱਲ ਕਹੀ ਮੈਂ ਤਾਂ ਸਿੱਖ ਧਰਮ ਕਿਹਾ ਨਹੀਂ, ਇਹ ਐਡਿਟ ਕਰ ਦਿੱਤੀ ਗਈ ਹੈ ਵੀਡੀਓ। ਮਤਲਬ ਇਹ ਆ ਵੀ ਦੁਨੀਆ ਕਰੋਨਾ ਦੇ ਨਾਲ ਲੜਾਈ ਕਿਵੇਂ ਲੜ ਰਹੀ ਹੈ ਤੇ ਆਪਾਂ ਕਿਹੋ ਜਿਹੀ ਲੜਾਈ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਲੜ ਰਹੇ ਆ, ਇਹਦੇ ਉੱਤੇ ਹੈਰਾਨੀ ਤੇ ਪਰੇਸ਼ਾਨੀ ਹੁੰਦੀ ਹੈ। ਇਹਦੇ ਨਾਲ ਦੋ ਪੱਖ ਨੇ ਮੈਨੂੰ ਲੱਗਦਾ ਵੀ, ਜਿਵੇਂ ਉਹ ਕਹਿੰਦੇ ਨੇ ਵੀ ਸਾਰਾ ਸੋਨਾ ਹਰੇਕ ਧਾਰਮਿਕ ਸਥਾਨ ਦਾ ਕੱਢ ਕੇ ਤਾਂ ਸਰਕਾਰਾਂ ਨੂੰ ਦੇ ਦੇਣਾ ਚਾਹੀਦਾ ਤੇ ਫਿਰ ਉਹ ਕੁਝ ਕਰਨਗੀਆਂ। ਇਹ ਵਿਚਾਰ ਆ ਉਹਦੇ ਆਪਣੇ, ਉਹਨੇ ਐ ਥੋੜੀ ਕਿਹਾ ਜੀ ਕਿ ਮੈਂ ਲਾ ਕੇ ਦੇ ਦੇਣੇ ਆ। ਉਹਨਾਂ ਨੇ ਗੱਲ ਕਹੀ ਵੀ ਭਾਈ ਏਦਾਂ ਹੋ ਜਾਣਾ ਚਾਹੀਦਾ। ਮੈਂ ਵੀ ਉਹੀ ਕਹਿ ਰਹੀ ਸੀ ਟਾਣਾ ਸਾਹਿਬ ਕਿ ਇਹਦੇ ਦੋ ਪੱਖ ਨੇ। ਜੇਕਰ ਸਰਕਾਰਾਂ ਨੂੰ ਦੇ ਦਿੱਤਾ ਜਾਂਦਾ ਹੈ ਸਾਰਾ ਕੁਝ ਤਾਂ ਸਰਕਾਰਾਂ ਅੱਗੇ ਨਹੀਂ ਕੁਝ ਪੱਲੇ ਪਾ ਕੇ ਰਾਜ਼ੀ, ਤੇ ਦੂਸਰੇ ਬੰਨੇ ਇਹਦੇ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਆ। ਦੇਖੋ ਸੋਨਾ ਉੱਥੇ ਪਿਆ ਕਿਹੜਾ ਕੁਝ ਕਰ ਰਿਹਾ। ਵੈਸੇ ਵੀ ਹਰੇਕ ਧਰਮ ਜਿਹੜਾ ਹੈ ਉਹ ਇਨਸਾਨੀਅਤ ਦੀ ਗੱਲ ਕਰਦਾ ਹੈ, ਹਰੇਕ ਧਰਮ ਇਨਸਾਨੀਅਤ ਨੂੰ ਉੱਚਾ ਚੁੱਕਣ ਦੀ ਗੱਲ ਕਰਦਾ ਹੈ। ਹਰੇਕ ਧਰਮ ਇਹ ਕਹਿੰਦਾ ਵੀ ਤੁਸੀਂ ਦੂਜੇ ਦੀ ਸੇਵਾ ਕਰੋ, ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਉਹਦੇ ਨਾਲ ਖੜੋ। ਤੇ ਜੇ ਇਸ ਤਰੀਕੇ ਨਾਲ ਵਰਤਿਆ ਜਾਂਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਵੀ ਸਮੱਸਿਆ ਹੈ, ਹਨਾ। ਸੋ ਬਾਕੀ ਇਹ ਰਾਜਨੀਤਿਕ ਪੱਖ ਤਾਂ ਹਰੇਕ ਚੀਜ਼ ਦਾ ਹੁੰਦਾ ਹੈ ਜੀ। ਕੋਈ ਵੀ ਮਸਲਾ ਹੋਵੇ ਉਹਨੂੰ ਜ਼ਰੂਰ ਰਾਜਨੀਤਿਕ ਰੰਗਤ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਹੈ। ਇਹਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ ਨੇ, ਹੋਰ ਤਾਂ ਇਹਦੇ ਪਿੱਛੇ ਹੋਰ ਕੋਈ ਗੱਲ ਨਹੀਂ ਹੈਗੀ। ਸੋ ਹੁਣ ਆਪਾਂ ਅੱਗੇ ਵਧੀਏ ਜੀ।
ਤੇ ਹੁਣ ਜਾਣੇ ਜਾਂਦੇ ਹਰਮਨ ਜੀ ਆਪਾਂ ਸਿੱਧੂ ਮੂਸੇਵਾਲੇ ਦੇ ਬਾਰੇ ਵੀ ਜਾਣਕਾਰੀ ਦੇ ਦਈਏ ਜੀ। ਖਬਰ ਇਹ ਆਈ ਹੈ ਵੀ ਜਿਹੜਾ ਪਿਛਲੇ ਦਿਨੀ ਉਹਦੇ ਉੱਤੇ ਪਰਚਾ ਦਰਜ ਹੋਇਆ ਸੀ, ਜਿਹਦੇ ਕਰਕੇ ਕਈ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਚਲੀ ਗਈ ਤੇ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਕਈਆਂ ਤੇ। ਉਹ ਪਤਾ ਲੱਗਾ ਜੀ ਕਿ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਇੱਕ ਆਰਮਜ਼ ਐਕਟ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਯਾਨੀ ਕਿ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ, ਕਿਉਂਕਿ ਪਿਛਲੇ ਦਿਨੀ ਖਬਰ ਆਈ ਸੀ ਸਾਹਮਣੇ, ਫੋਟੋਆਂ ਵੀ ਆਈਆਂ ਸੀ, ਵੀਡੀਓ ਵੀ ਆਈ ਸੀ ਵੀ ਕਿਵੇਂ ਪੁਲਿਸ ਕਰਮਚਾਰੀ ਸਿੱਧੂ ਮੂਸੇਵਾਲੇ ਨੂੰ AK-47 ਚਲਾਉਣ ਦੀ ਟ੍ਰੇਨਿੰਗ ਦੇ ਰਹੇ ਆ, ਅਭਿਆਸ ਕਰਵਾ ਰਹੇ ਆ। ਉਦੋਂ ਅਸੀਂ ਗੱਲ ਕਹੀ ਸੀ ਵੀ ਕੀ ਪਤਾ ਕਰੋਨਾ ਨਾਂ ਦਾ ਬੰਦਾ ਮਾਰਨ ਲੱਗਿਆ ਹੋਵੇ ਸਿੱਧੂ ਮੂਸੇਵਾਲਾ, ਹੋ ਸਕਦਾ ਵੀ ਭਾਈ ਇਹਦੀ ਇੱਕ ਕਲਾਕਾਰਾਂ ਦੀ ਬਟਾਲੀਅਨ ਬਣਾ ਕੇ ਤੇ ਪੁੰਛ ਸੈਕਟਰ 'ਚ ਭੇਜਣਾ ਹੋਵੇ। ਪਰ ਗੱਲ ਇਹ ਹੈ ਕਿ ਉਹਦੀਆਂ ਮੁਸ਼ਕਲਾਂ 'ਚ ਵਾਧਾ ਹੋਇਆ। ਆਰਮਜ਼ ਐਕਟ ਦੀ ਧਾਰਾ ਨਾਲ ਜੁੜ ਜਾਣਾ ਇਹ ਕੋਈ ਛੋਟੀ ਗੱਲ ਨਹੀਂ। ਪੰਜਾਬ ਦੇ ਕਲਾਕਾਰਾਂ ਨੂੰ ਬੋਚ-ਬੋਚ ਕੇ ਪੈਰ ਪੱਟਣਾ ਚਾਹੀਦਾ। ਲੋਕ ਤੁਹਾਨੂੰ ਪਿਆਰ ਸਤਿਕਾਰ ਦਿੰਦੇ ਆ, ਇਹਨੂੰ ਸਾਂਭ ਕੇ ਰੱਖੋ, ਹੋਛੀ ਗੱਲ ਕਦੇ ਨਾ ਕਰੋ। ਇਹ ਇਕੱਲੇ ਸਿੱਧੂ ਤੇ ਨਹੀਂ, ਇਹ ਪੰਜਾਬ ਦੇ ਸਾਰੇ ਗਵਈਆਂ ਦੇ ਉੱਤੇ ਤੇ ਹਰ ਬੰਦੇ ਦੇ ਉੱਤੇ ਲਾਗੂ ਹੁੰਦੀ ਹੈ। ਬਿਲਕੁਲ ਸਹੀ, ਹਰ ਬੰਦੇ ਨੂੰ ਸੋਚ ਸਮਝ ਕੇ ਪੈਰ ਪੱਟਣਾ ਚਾਹੀਦਾ ਹੈ। ਜਿਹੜਾ ਹੰਕਾਰ ਹੈ ਉਹ ਬੰਦੇ ਨੂੰ ਜ਼ਰੂਰ ਡੋਬਦਾ, ਚਾਹੇ ਕਿਸੇ ਖਾਸ ਬੰਦੇ ਦੇ ਵਿੱਚ ਹੋਏ ਚਾਹੇ ਕਿਸੇ ਆਮ ਬੰਦੇ ਦੇ ਵਿੱਚ ਹੋਏ, ਇਸ ਲਈ ਕਦੇ ਵੀ ਹੰਕਾਰ ਕਰਨਾ ਨਹੀਂ ਚਾਹੀਦਾ। ਤੇ ਬਾਕੀ ਹੁਣ ਆਪਾਂ ਚੱਲੀਏ ਚਾਹਨਾ ਸਾਹਿਬ, ਫਿਲਹਾਲ ਸਾਡੇ ਜਾਣ ਦਾ ਵੇਲਾ ਹੋ ਗਿਆ ਜੀ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।